ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦਾ ਸ਼ੋਅ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ। ਇਹ ਸਾਡਾ ਰੋਜ਼ਾਨਾ ਦਾ ਪ੍ਰੋਗਰਾਮ ਹੈ। ਸਾਡੇ ਦਰਸ਼ਕਾਂ ਨੂੰ ਜਿਹੜਾ ਆ ਇਸ ਪ੍ਰੋਗਰਾਮ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤੇ ਹੁਣ ਜਿਹੜੀਆਂ ਸਬਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਅਸੀਂ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਹਾਂ ਸ਼ੋਅ ਲੈ ਕੇ ਗੁੱਡ ਮਾਰਨਿੰਗ ਲਾਈਵ ਸੰਗਤ। ਤੇ ਆਓ ਅਸੀਂ ਹੁਣ ਗੱਲਾਂ ਬਾਤਾਂ ਕਰੀਏ, ਆਪਸੀ ਵਿਚਾਰਾਂ ਦੀ ਸਾਂਝ ਪਾਈਏ, ਆਪਸੀ ਭਾਈਚਾਰੇ ਨੂੰ ਦਿਖਾਈਏ ਤੇ ਕੁਝ ਮਹੱਤਵਪੂਰਨ ਗੱਲਾਂ ਕਰੀਏ, ਚਾਹੇ ਉਹ ਪੰਜਾਬ ਦੀ ਹੋਵੇ, ਪੰਜਾਬੀਅਤ ਦੀ ਹੋਵੇ, ਪੰਜਾਬੀ ਮਾਂ ਬੋਲੀ ਦੀ ਹੋਵੇ, ਪੰਜਾਬੀ ਮਿੱਟੀ ਦੀ ਹੋਵੇ, ਪੰਜਾਬੀ ਕਿਸਾਨੀ ਦੀ ਹੋਵੇ, ਪੰਜਾਬ ਦੇਸ਼ ਦੀ ਹੋਵੇ ਤੇ ਚਾਹੇ ਅਸੀਂ ਵਿਦੇਸ਼ਾਂ ਦੀਆਂ ਵੀ ਗੱਲਾਂ ਇੱਥੇ ਅਸੀਂ ਕਰਾਂਗੇ, ਚਾਹੇ ਉਹ ਘਟਨਾਵਾਂ ਹੋਣ, ਸਰਗਰਮੀਆਂ ਹੋਣ, ਚਾਹੇ ਕਿਸੇ ਵੀ ਪੱਖ ਤੋਂ ਜਾਂ ਕਿਸੇ ਵੀ ਐਂਗਲ ਤੋਂ ਜਿਹੜਾ ਆ ਕੋਈ ਵੀ ਸਰਗਰਮ ਮੁੱਦਾ ਹੋਵੇ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦਾ ਯਤਨ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਸ਼ੁਰੂਆਤ ਕਰੀਏ। ਅੱਜ ਦਿਨ ਬੁੱਧਵਾਰ ਤੇ ਅੱਜ ਦੀ ਜੋ ਤਰੀਕ ਹੈ ਉਹ 23 ਹੈ, 23 ਮਾਰਚ 2022। ਜੇ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ 10 ਚੇਤ ਨਾਨਕਸ਼ਾਹੀ 554 ਤੇ ਅਸੀਂ ਪ੍ਰੋਗਰਾਮ ਨੂੰ ਹੁਣ ਸ਼ੁਰੂਆਤ ਜਿਹੜੀ ਆ ਉਹ ਕਰਨ ਲੱਗੇ ਆ ਤੇ ਸਾਰੇ ਦਰਸ਼ਕਾਂ ਨੂੰ ਜਿਹੜੀ ਸਿਨੇਮਰ ਬੇਨਤੀ ਹੈ ਕਿ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਇੱਕ ਜਿਹੜਾ ਆ ਰਿਕੁਐਸਟ ਕਰਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਉਹ ਵੀ ਸਾਡੇ ਨਾਲ ਜਿਹੜਾ ਆ ਕਾਲ ਤੇ ਨੰਬਰਾਂ 'ਤੇ ਜਿਹੜਾ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸਕਰੀਨ ਦੇ ਹੇਠਾਂ ਦਿੱਤੇ ਨੰਬਰ ਤੁਸੀਂ ਦੇਖ ਸਕਦੇ ਹੋ। ਇਹਨਾਂ ਨੰਬਰਾਂ 'ਤੇ ਤੁਸੀਂ ਸਾਡੇ ਨੂੰ ਜਿਹੜਾ ਆ ਕਾਲ ਕਰਕੇ ਜਿਹੜਾ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਟੀਵੀ ਦਾ ਸਵਿੱਚ ਜਲਦੀ ਹੀ ਔਨ ਕਰ ਲਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਫਿਰ ਇੱਕ ਤੋਂ ਬਾਅਦ ਧੰਨਵਾਦ ਹੈ। ਤੇ ਆਓ ਜੁੜਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦਾ ਦਿਨ ਜੋ ਬੁੱਧਵਾਰ ਦਾ ਦਿਨ ਹੈ, ਅੱਜ 23 ਮਾਰਚ, ਤੁਹਾਨੂੰ ਯਾਦ ਹੋਣਾ ਹੈ ਕਿ ਅੱਜ ਦੇ ਦਿਨ 23 ਮਾਰਚ 1931 ਨੂੰ ਜਿਹੜਾ ਆ ਭਗਤ ਸਿੰਘ ਜੀ ਦੀ ਜਿਹੜੀ ਆ ਸ਼ਹੀਦੀ ਹੋਈ ਸੀ। ਨਾਲ ਉਹਨਾਂ ਦੇ ਦੋ ਹੋਰ ਵੀ ਸਾਥੀ ਸੀ, ਰਾਜਗੁਰੂ ਤੇ ਸੁਖਦੇਵ। ਤੇ ਹੌਲੀ ਹੌਲੀ ਗੱਲਾਂ ਅਸੀਂ ਇਸ ਇਤਿਹਾਸ 'ਤੇ ਝਾਤ ਮਾਰਾਂਗੇ, ਪਰ ਅਸੀਂ ਗੱਲਾਂ ਦੇ ਵਿੱਚ ਇਹ ਭੁੱਲ ਚੁੱਕੇ ਆ ਕਿ ਸਾਡਾ ਜੋ ਹੈਲਥ ਸੰਬੰਧੀ ਪੈਕੇਜ ਹੁੰਦਾ ਆ ਉਹ ਵੀ ਅਸੀਂ ਦੇਖਣਾ ਆ। ਸੋ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ, ਮੈਂ ਨਹੀਂ ਭੁੱਲਿਆ, ਕਿਉਂਕਿ ਮੈਨੂੰ ਦਰਸ਼ਕਾਂ ਦੀ ਜਿਹੜੀ ਆ ਹੈਲਥ ਸੰਬੰਧੀ ਜਾਂ ਸਰੀਰ ਦੀ ਜਿਹੜੀਆਂ ਕੋਈ ਵੀ ਗਤੀਵਿਧੀਆਂ ਜਾਂ ਰੋਗਾਂ ਬਾਰੇ ਚਿੰਤਤ ਹੈ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦਰਸ਼ਕਾਂ ਦਾ, ਸਰੋਤਿਆਂ ਦਾ ਜਿਹੜਾ ਆ ਖਾਸ ਖਿਆਲ ਰੱਖੀਏ। ਤੇ ਅੱਜ ਦੇ ਜੋ ਇਸ ਹੈਲਥ ਪੈਕੇਜ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ, ਉਹ ਲੈ ਕੇ ਆਏ ਆ ਟੀ। ਪਹਿਲਾਂ ਅਸੀਂ ਗੱਲ ਕਰਾਂਗੇ ਚਾਹ ਤੇ। ਅੰਗਰੇਜ਼ੀ 'ਚ ਇਸ ਨੂੰ ਟੀ ਕਿਹਾ ਜਾਂਦਾ ਹੈ। ਚਾਹ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ। ਪਹਿਲਾਂ ਜਿਹੜਾ ਆ ਕਾਵਾ ਪੀਤਾ ਜਾਂਦਾ ਸੀਗਾ, ਫਿਰ ਇਸ ਦੇ ਵਿੱਚ ਜਿਹੜਾ ਆ ਅੰਗਰੇਜ਼ਾਂ ਨੇ ਦੁੱਧ ਪਾ ਕੇ ਇਸ ਦੇ ਵਿੱਚ ਜਿਹੜਾ ਆ ਸ਼ੂਗਰ ਪਾ ਕੇ ਇਸ ਨੂੰ ਜਿਹੜਾ ਆ ਚਾਹ ਦਾ ਨਾਮ ਟੀ ਦਾ ਨਾਮ ਦਿੱਤਾ ਤੇ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪੀਣਾ ਜਿਹੜਾ ਆ ਸ਼ੁਰੂ ਕਰ ਦਿੱਤਾ। ਤੇ ਕਈ ਜਿਹੜਾ ਖੋਜੀਆਂ ਨੇ, ਵਿਦਵਾਨਾਂ ਨੇ, ਉਹਨਾਂ ਨੂੰ ਇਹ ਜਿਹੜਾ ਆ ਚਾਹ ਨੂੰ ਜਿਹੜਾ ਆ ਹੋਰ ਅਲੱਗ-ਅਲੱਗ ਰੂਪ ਦਿੱਤਾ। ਸਭ ਤੋਂ ਜ਼ਿਆਦਾ ਜੇ ਅਸੀਂ ਪੰਜਾਬ ਦੇ ਵਿੱਚ ਚਾਹ ਦੀ ਗੱਲ ਕਰੀਏ, ਸਾਡੀ ਸਵੇਰ ਜਿਹੜੀ ਆ ਉਹ ਚਾਹ ਤੋਂ ਸ਼ੁਰੂ ਹੁੰਦੀ ਆ, ਚਾਹ ਦੀ ਚੁਸਕਿਆਂ ਤੋਂ ਸ਼ੁਰੂ ਹੁੰਦੀ ਆ। ਚਾਹੇ ਉਸ ਨੂੰ ਅਸੀਂ ਬੈੱਡ ਟੀ ਕਹਿ ਲਈਏ, ਚਾਹੇ ਸਾਨੂੰ ਇਹ ਅੰਗਰੇਜ਼ ਦੇ ਕੇ ਗਏ ਨੇ, ਚਾਹੇ ਅਸੀਂ ਇਸ ਨੂੰ ਅਪਣਾ ਲਿਆ ਜਾਂ ਅਸੀਂ ਜਿਹੜੀ ਆ ਆਪਣੀ ਆਦਤ ਬਣਾ ਲਈ। ਸਾਡੀ ਚਾਹ ਬਿਨਾਂ ਜਿਹੜਾ ਆ ਪੀਤੇ ਬਿਨਾਂ ਜਿਹੜਾ ਅੱਖ ਨਹੀਂ ਖੁੱਲ੍ਹਦੀ, ਜਾਂ ਕੋਈ ਵੀ ਕੰਮ ਦੀ ਸ਼ੁਰੂਆਤ ਤੋਂ ਕਰਨ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਮਲਕੇ ਜੇ ਜਿਹੜਾ ਆ ਹਲਕੇ ਜੇ ਸੁਭਾਅ ਦੇ ਨਾਲ ਬੋਲ ਦਿੰਦੇ ਹਾਂ ਕਿ ਯਾਰ ਥੋੜ੍ਹੀ ਜਿਹੀ ਚਾਹ ਬਣਾ ਲਈਏ ਜਾਂ ਚਾਹ ਪੀ ਲਈਏ ਤਾਂ ਫਿਰ ਹੀ ਜਿਹੜਾ ਆ ਅਸੀਂ ਕੰਮ ਨੂੰ ਸ਼ੁਰੂ ਕਰਾਂਗੇ। ਸ਼ਾਇਦ ਇਹ ਵੀ ਆਦਤ ਤੁਹਾਡੀ ਵੀ ਹੋਵੇਗੀ। ਚਾਹ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ। ਜਿੱਥੇ ਚਾਹ ਦੇ ਕਈ ਨੁਕਸਾਨ ਦੱਸੇ ਜਾਂਦੇ ਨੇ ਕਿ ਇਸ ਦੇ ਵਿੱਚ ਨਿਕੋਟੀਨ ਹੁੰਦਾ ਆ, ਇਸ ਦੇ ਵਿੱਚ ਨਸ਼ਾ ਹੁੰਦਾ ਆ, ਉੱਥੇ ਚਾਹ ਦੇ ਕਈ ਫਾਇਦੇ ਵੀ ਨੇ। ਤੇ ਇਹ ਜਿਹੜਾ ਆ ਸਾਡੇ ਜਿਹੜਾ ਆ ਬੋਡੀ ਟੈਂਪਰੇਚਰ ਨੂੰ ਜਿਹੜਾ ਆ ਇਹ ਮੇਨਟੇਨ ਕਰਦਾ ਆ। ਹੋਰ ਕਈ ਵੀ ਫਾਇਦੇ ਨੇ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਕੋਈ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਹੜਾ ਆ ਅਸੀਂ ਚਾਹ ਨੂੰ ਜਿਹੜੀ ਆ ਤਵੱਜੋ ਦਿੰਦੇ ਹਾਂ। ਚਾਹ ਪੀ ਕੇ ਸ਼ਾਇਦ ਸਾਡਾ ਭਾਵੇਂ ਕੰਮ ਕਰਨ ਦਾ ਮਨ ਹੋਵੇ ਜਾਂ ਨਾ ਹੋਵੇ, ਪਰ ਫਿਰ ਵੀ ਜਿਹੜਾ ਆ ਉਹ ਬਣ ਜਾਂਦਾ ਆ। ਇਹ ਚਾਹੇ ਅਸੀਂ ਕਹਿ ਲਈਏ ਕਿ ਸਾਡੀ ਜਿਹੜੀ ਆ ਇੱਕ ਦਿਮਾਗੀ ਜਿਹੜੀ ਆ ਹਰਕਤ ਵੀ ਕਹਿ ਸਕਦੇ ਹਾਂ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਭਾਵਨਾ ਜਿਹੜੀ ਆ ਉਹ ਚਾਹ ਦੇ ਨਾਲ ਜੁੜੀ ਆ ਤੇ ਸਾਡਾ ਮਨ ਜਿਹੜਾ ਆ ਕੰਮ ਕਰਨ ਲਈ ਕਰਨ ਲੱਗ ਜਾਂਦਾ ਆ, ਜਾਂ ਚਾਹ ਪੀ ਕੇ ਜਿਹੜੀ ਆ ਕੁਛ ਜਿਹੜੀ ਆ ਐਨਰਜੀ ਆਉਂਦੀ ਆ। ਕਿੰਨਾਂ ਤਰ੍ਹਾਂ ਦੀਆਂ ਚਾਹ ਨੇ ਜਾਂ ਕਿਸ ਤਰ੍ਹਾਂ ਜਿਹੜਾ ਇਹਦਾ ਫਾਇਦਾ ਆ, ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਤੇ ਉਸ ਤੋਂ ਬਾਅਦ ਚੋਂ ਜਿਹੜੀ ਆ ਬਣਦੀ ਚਰਚਾ ਇਸ ਤੇ ਕਰਾਂਗੇ। ਤੇ ਦਰਸ਼ਕੋ ਲਓ ਹੁਣ ਸੁਣੋ ਸਿਹਤ ਸੰਬੰਧੀ ਜਾਣਕਾਰੀ। ਅੱਜ ਅਸੀਂ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ 4 ਹਰਬਲ ਟੀ ਬਾਰੇ ਤੁਹਾਨੂੰ ਦੱਸਾਂਗੇ। ਡਾਇਬੀਟੀਜ਼ ਵਿੱਚ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਕਈ ਹੋਰ ਸਰੀਰਕ ਸਮੱਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਅੱਜ ਸ਼ੂਗਰ ਇੱਕ ਜੀਵਨ ਸ਼ੈਲੀ ਦੀ ਬਿਮਾਰੀ ਬਣ ਗਈ ਹੈ। ਹਾਲਾਂਕਿ ਸਹੀ ਖੁਰਾਕ, ਕਸਰਤ, ਸਰੀਰਕ ਤੌਰ ਤੇ ਕਿਰਿਆਸ਼ੀਲ ਰਹਿਣ ਨਾਲ ਤੁਸੀਂ ਸ਼ੂਗਰ ਤੋਂ ਕਾਫੀ ਹੱਦ ਤੱਕ ਬਚ ਸਕਦੇ ਹੋ। ਇਸ ਨੂੰ ਕਾਫੀ ਹੱਦ ਤੱਕ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਉਹ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਣ ਲਈ ਹਰਬਲ ਚਾਹ ਜਾਂ ਕਿ ਹਰਬਲ ਟੀ ਦਾ ਸੇਵਨ ਵੀ ਕਰ ਸਕਦੇ ਹਨ। ਰੋਜ਼ਾਨਾ ਹਰਬਲ ਟੀ ਪੀਣ ਨਾਲ ਸ਼ੂਗਰ ਲੈਵਲ ਨੂੰ ਨਾਰਮਲ ਰੱਖਿਆ ਜਾ ਸਕਦਾ ਹੈ। ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਪੀਓ ਐਲੋਵੇਰਾ ਤੋਂ ਬਣੀ ਇਹ ਚਾਹ। ਜੇਕਰ ਤੁਹਾਡੇ ਘਰ ਵਿੱਚ ਐਲੋਵੇਰਾ ਜੈਲ ਦਾ ਪੌਦਾ ਹੈ ਤਾਂ ਤੁਸੀਂ ਇਸ ਦੀ ਵਰਤੋਂ ਸਿਰਫ ਚਿਹਰੇ ਜਾਂ ਵਾਲਾਂ ਤੇ ਲਗਾਉਣ ਲਈ ਨਾ ਕਰੋ। ਇਸ ਨਾਲ ਤੁਸੀਂ ਸਿਹਤਮੰਦ ਹਰਬਲ ਟੀ ਬਣਾ ਸਕਦੇ ਹੋ। ਇੱਕ ਰਿਪੋਰਟ ਅਨੁਸਾਰ ਐਲੋਵੇਰਾ ਦੇ ਕਈ ਸਿਹਤ ਲਾਭ ਹਨ। ਇਸ ਨੂੰ ਕੱਚਾ ਖਾਓ ਜਾਂ ਉਬਾਲ ਕੇ ਸੇਵਨ ਕਰੋ। ਦੋਵਾਂ ਰੂਪਾਂ ਵਿੱਚ ਇਹ ਸਿਹਤ ਨੂੰ ਲਾਭਦਾਇਕ ਹੈ। ਤੁਸੀਂ ਐਲੋਵੇਰਾ ਜੈਲ ਨੂੰ 1.5 ਕੱਪ ਪਾਣੀ ਵਿੱਚ ਉਬਾਲ ਲਓ ਤਾਂ ਸਵੇਰੇ ਇਸ ਨੂੰ ਪੀ ਲਓ। ਦਾਲਚੀਨੀ ਦੀ ਚਾਹ। ਦਾਲਚੀਨੀ ਹਰ ਘਰ ਵਿੱਚ ਮੌਜੂਦ ਹੁੰਦੀ ਹੈ। ਇਹ ਇੱਕ ਬਹੁਤ ਹੀ ਸਿਹਤਮੰਦ ਮਸਾਲਾ ਹੈ ਜੋ ਕਿ ਜ਼ਿਆਦਾਤਰ ਨਾਨ-ਵੈਜ ਆਈਟਮਾਂ, ਬਿਰਿਆਨੀ, ਸਬਜ਼ੀਆਂ ਵਿੱਚ ਵਰਤਿਆ ਜਾਂਦਾ ਹੈ। ਇਹ ਸ਼ੂਗਰ ਦੇ ਰੋਗੀਆਂ ਲਈ ਬਹੁਤ ਸਿਹਤਮੰਦ ਹੈ। ਇਹ ਇਨਸੂਲਿਨ ਸੰਵੇਦਨਸ਼ੀਲਤਾ ਨੂੰ ਸੁਧਾਰਦਾ ਹੈ, ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਹਲਦੀ ਵਾਲੀ ਚਾਹ ਸ਼ੂਗਰ ਵਿੱਚ ਵੀ ਅਦਭੁਤ ਕੰਮ ਕਰਦੀ ਹੈ। ਤੁਸੀਂ ਹਲਦੀ ਵਾਲਾ ਦੁੱਧ ਤਾਂ ਪੀਂਦੇ ਹੀ ਹੋਵੋਗੇ। ਹੁਣ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਹਲਦੀ ਵਾਲੀ ਚਾਹ ਵੀ ਪੀਓ। ਹਲਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ, ਸ਼ੂਗਰ ਨੂੰ ਕੰਟਰੋਲ ਕਰਦੀ ਹੈ, ਦਿਲ ਦੀ ਸਿਹਤ ਬਣਾਈ ਰੱਖਦੀ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਤੱਤ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਤੇ ਨਾਲ ਹੀ ਦੁੱਧ ਵਾਲੀ ਚਾਹ ਪੀਣ ਦੀ ਬਜਾਏ ਕਾਲੀ ਚਾਹ ਪੀਓ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਡਾਇਬੀਟੀਜ਼ ਜ਼ਿਆਦਾ ਗੰਭੀਰ ਪੱਧਰ ਤੇ ਪਹੁੰਚੇ ਤਾਂ ਸਭ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਹੋਵੇਗਾ। ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰੋ। ਤੁਸੀਂ ਹਰਬਲ ਚਾਹ ਦਾ ਸੇਵਨ ਕਰਕੇ ਵੀ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ। ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਦੁੱਧ ਵਾਲੀ ਚਾਹ ਪੀਣ ਦੀ ਬਜਾਏ ਕਾਲੀ ਚਾਹ ਪੀਓ। ਇਸ ਵਿੱਚ ਸਿਰਫ ਚਾਹ ਪੱਤੀ ਤੇ ਪਾਣੀ ਪਾਓ। ਖੰਡ ਬਿਲਕੁਲ ਨਾ ਪਾਓ। ਇਸ ਵਿੱਚ ਐਂਟੀਆਕਸੀਡੈਂਟ, ਐਂਟੀ ਇਨਫਲੇਮੇਟਰੀ ਹੁੰਦੇ ਹਨ ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਣ ਨਹੀਂ ਦਿੰਦੇ ਹਨ। ਤੁਸੀਂ ਸੁਣ ਰਹੇ ਸੀ ਸਿਹਤ। ਅਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਜਿਹੜਾ ਆ ਹਰਬਲ ਟੀ ਸਾਡੇ ਲਈ ਕਿਵੇਂ ਫਾਇਦੇ ਆ, ਉਸ ਦੇ ਵਿੱਚ ਸ਼ੂਗਰ ਮਿਲਾ ਕੇ ਪੀਣਾ ਜਾਂ ਕਿਸ ਤਰ੍ਹਾਂ ਦਾ ਜਿਹੜਾ ਆ ਅਲੱਗ-ਅਲੱਗ ਚਾਵਾਂ ਨੇ ਜਿਹੜੀਆਂ ਨੇ ਉਹ ਸਾਨੂੰ ਜਿਹੜੀਆਂ ਨੇ ਫਾਇਦੇਮੰਦ ਰੱਖਦੀਆਂ ਨੇ। ਦੋਸਤੋ, ਇੱਕ ਗੱਲ ਮੈਂ ਸ਼ੋਅ ਦੇ ਵਿੱਚ ਜਿਹੜੀ ਆ ਲਗਾਤਾਰ ਕਹਿਣੀ ਚਾਹਾਂਗਾ, ਅਸੀਂ ਹੱਦ ਤੋਂ ਵੱਧ ਸੇਵਨ ਕਰਾਂਗੇ ਕਿਸੇ ਵੀ ਚੀਜ਼ ਦਾ, ਚਾਹੇ ਅਸੀਂ ਆਪਣੇ ਜ਼ੋਰ ਦੀ ਅਜਮਾਇਸ਼ ਕਰਕੇ ਦੇਖ ਲਈਏ ਕਿ ਅਸੀਂ ਜੇ 10 ਕਿਲੋ ਚੱਕ ਸਕਦੇ ਹਾਂ ਤਾਂ ਅਸੀਂ ਉੱਥੇ 15 ਕਿਲੋ ਚੱਕਾਂਗੇ, ਸਾਡੀ ਮਾਸਪੇਸ਼ੀਆਂ ਉੱਤੇ ਅਸਰ ਪਏਗਾ। ਜੇ ਅਸੀਂ ਆਪਣੀ ਸੋਚ ਤੋਂ ਵੱਧ ਵਾਲਾ ਕੰਮ ਕਰਾਂਗੇ ਤਾਂ ਸਾਡੇ ਜਿਹੜਾ ਆ ਨਿੱਜੀ ਜੀਵਨ 'ਤੇ ਜਿਹੜਾ ਅਸਰ ਪਏਗਾ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਸਾਡੀ ਸੋਚ ਕਿਸੇ ਹੱਦ ਤੱਕ ਜਾਂਦੀ ਆ ਕਿ ਜੇ ਇਹ ਚੀਜ਼ ਪੁੱਠੀ ਆ ਤਾਂ ਇਸ ਨੂੰ ਸਿੱਧੀ ਕਰਨ ਕਿੱਦਾਂ ਕੀਤੀ ਜਾਵੇ, ਸਿੱਧੀ ਕਰਨ ਦੇ ਵਿੱਚ ਵੀ ਸਾਨੂੰ ਜਿਹੜਾ ਆ ਨੁਕਸਾਨ ਹੋ ਸਕਦਾ। ਜੇ ਸਿੱਧੀ ਆ ਤਾਂ ਉਸ ਨੂੰ ਟੇਢੀ ਕਰਨ ਦੇ ਵਿੱਚ ਵੀ ਨੁਕਸਾਨ ਹੋ ਸਕਦਾ। ਜੇ ਅਸੀਂ ਭੋਜਨ ਦੀ ਗੱਲ ਕਰੀਏ, ਜੇ ਭੋਜਨ ਸਾਡੀ ਜਿਹੜੀ ਸ਼ਮਤਾ ਆ, ਅਸੀਂ 2 ਰੋਟੀਆਂ 3 ਰੋਟੀਆਂ ਜਾਂ 4 ਰੋਟੀਆਂ ਖਾਂਦੇ ਹਾਂ, ਜੇ 4 ਦੀ ਬਜਾਏ ਅਸੀਂ ਉੱਥੇ 5 ਖਾ ਲਈਏ ਤਾਂ ਸਾਡਾ ਪੇਟ ਜਿਹੜਾ ਆ ਫਟਣ ਦੀ ਤਾਦਾਦ 'ਤੇ ਪਹੁੰਚ ਜਾਂਦਾ ਆ। ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਉਨੀ ਹੀ ਮਾਤਰਾ ਤੱਕ ਜਿਹੜਾ ਆ ਸੀਮਤ ਰੱਖੀਏ ਜਿੰਨੀ ਸਾਡੇ ਸਰੀਰ ਨੂੰ ਇਸ ਦੀ ਜ਼ਰੂਰਤ ਹੈ। ਉਸੇ ਤਰ੍ਹਾਂ ਚਾਹੇ ਉਹ ਚਾਹ ਦੀ ਗੱਲ ਕਰੀਏ, ਹਰਬਲ ਟੀ ਦੀ ਗੱਲ ਕਰੀਏ, ਕਾਹਵਾ ਦੀ ਗੱਲ ਕਰੀਏ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਆ ਹਰੇਕ ਦੇਸ਼ ਦੇ ਵਿੱਚ, ਹਰੇਕ ਖਿੱਤੇ ਦੇ ਵਿੱਚ ਜਾਂ ਹਰੇਕ ਏਰੀਏ ਦੇ ਵਿੱਚ ਜਿਸ ਤਰ੍ਹਾਂ ਦੀ ਚਾਹ ਪੀਤੀ ਜਾਂਦੀ ਆ, ਜੇ ਅਸੀਂ ਦਿਨ ਦੇ ਵਿੱਚ ਉਸ ਨੂੰ ਲਗਾਤਾਰ ਪੀਵਾਂਗੇ ਤਾਂ ਗੈਸ ਦਾ ਕਾਰਨ ਬਣ ਸਕਦੀ ਆ। ਅਤੇ ਜੇ ਅਸੀਂ ਗੱਲ ਕਰੀਏ ਆਪਣੇ ਪੰਜਾਬ ਦੇਸ਼ ਦੀ, ਜਿੱਥੇ ਜਿਹੜਾ ਆ ਚਾਹ ਨੂੰ ਜਿਹੜਾ ਆ ਬਣਾਇਆ ਜਾਂਦਾ ਆ, ਉਹ ਕਾਫੀ ਖੁਸ਼ਕ ਜਿਹੜੀ ਉਹ ਚਾਹ ਹੁੰਦੀ ਹੈ। ਇਸ ਨਾਲ ਜਿਹੜੀ ਆ ਖੁਸ਼ਕੀ ਵੀ ਆ ਸਕਦੀ ਆ ਮਾਸਪੇਸ਼ੀਆਂ ਦੇ ਵਿੱਚ, ਤੁਹਾਡੇ ਗਲੇ ਨੂੰ ਵੀ ਖੁਸ਼ਕ ਕਰ ਸਕਦੀ ਆ। ਜੇ ਬਿਨਾਂ ਦੁੱਧ ਤੋਂ ਪੀਂਦੇ ਹੋ ਤਾਂ ਵੀ ਜਿਹੜਾ ਆ ਇਸ ਦੇ ਨੁਕਸਾਨ ਜਿਹੜੇ ਆ ਉਹ ਜ਼ਿਆਦਾ ਵੱਧ ਹੋ ਸਕਦੇ ਨੇ। ਇਸ ਕਰਕੇ ਹਰ ਇੱਕ ਚੀਜ਼ ਨੂੰ ਉਨੀ ਕੀ ਮਾਤਰਾ 'ਚ ਪੀਓ ਜਿੰਨੀ ਮਾਤਰਾ ਦੇ ਵਿੱਚ ਸਾਡੇ ਜਿਹੜਾ ਆ ਸਰੀਰ ਨੂੰ ਲੋੜ ਹੈ ਜਾਂ ਸਾਡਾ ਸਰੀਰ ਉਸ ਨੂੰ ਸਹਾਰ ਸਕਦਾ ਹੋਵੇ। ਇਹ ਨਹੀਂ ਹੈ ਕਿ ਅਸੀਂ ਰਿਕਾਰਡ ਤੋੜ ਚੀਜ਼ਾਂ ਜਿਹੜੀਆਂ ਨੇ ਅਸੀਂ ਅੱਜ ਕੱਲ੍ਹ ਸ਼ਾਮਲ ਕਰ ਲਈਆਂ ਨੇ। ਜਿਵੇਂ ਪੰਜਾਬ ਦੇ ਵਿੱਚ ਜਿਹੜਾ ਆ ਇੱਕ ਸ਼ਰਾਬ ਪੀਣ ਦੇ ਉੱਤੇ ਜਿਹੜਾ ਆ ਕਾਫੀ ਵੱਡੀ ਜਿਹੜੀ ਆ ਦਲੇਰੀ ਦਿਖਾਈ ਜਾਂਦੀ ਆ। ਅਤੇ ਛੋਟੀ ਉਮਰ ਦੇ ਜਿਹੜੇ ਬੱਚੇ ਨੇ, ਚਾਹੇ ਉਹ 18-19 ਸਾਲ ਦੀ ਗੱਲ ਕਰ ਲਈਏ, 20 ਸਾਲ ਦੀ ਗੱਲ ਕਰ ਲਈਏ, ਉਹਨਾਂ ਦੇ ਮੂੰਹੋਂ ਅੱਜ ਕੱਲ੍ਹ ਮੈਂ ਇੱਕ ਗੱਲ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਉਹ ਸੁਣ ਰਿਹਾ ਆ ਕਿ ਅਸੀਂ ਤਾਂ ਜਿਹੜਾ ਆ ਜੀ ਅਸੀਂ ਤਾਂ ਢੋਲ ਹੈ ਜੀ, ਇਸ ਤਰ੍ਹਾਂ ਆ ਜੀ, ਉਸ ਤਰ੍ਹਾਂ ਆ ਜੀ। ਦੇਖੋ, ਇਹ ਬਿਲਕੁਲ ਗਲਤ ਮਾਨਸਿਕਤਾ ਆ। ਸਰੀਰ ਤੁਹਾਡਾ ਉਨੀ ਕੀ ਹੀ ਖਪਤ ਕਰ ਸਕੇਗਾ ਜਿੰਨਾ ਉਸ ਦੀ ਕਪੈਸਿਟੀ ਹੈ। ਇਸ ਕਰਕੇ ਸਿਹਤ ਸੰਬੰਧੀ ਜ਼ਰੂਰ ਸਾਨੂੰ ਜਿਹੜਾ ਆ ਜਾਣੂ ਹੋਣਾ ਚਾਹੀਦਾ ਹੈ ਕਿ ਸਾਡਾ ਸਰੀਰ ਕਿੰਨੀ ਖਪਤ ਕਰਦਾ ਆ, ਜਾਂ ਸਾਨੂੰ ਸਰੀਰ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਆ। ਜਾਨ ਹੈ ਤਾਂ ਜਹਾਨ ਹੈ।
ਤੇ ਆਓ ਅਸੀਂ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਈਏ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂਆਤੀ ਵਿੱਚ ਦੱਸਿਆ ਸੀ ਕਿ ਅੱਜ 23 ਮਾਰਚ ਹੈ। 23 ਮਾਰਚ 1931 ਨੂੰ ਜਿਹੜਾ ਆ ਭਗਤ ਸਿੰਘ ਜਿਹੜਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਨਾਲ ਉਸਦੇ ਦੋ ਸਾਥੀਆਂ ਨੂੰ ਵੀ। ਤੇ ਆਓ ਅਸੀਂ ਮੇਰੇ ਨਾਲ ਇਸ ਸਮੇਂ ਜਿਹੜੇ ਨੇ ਰੂਹੀ ਗਰੋਵਰ ਜੀ ਮੇਰੇ ਸਾਥੀ ਸਟੂਡੀਓ ਦੇ ਵਿੱਚ ਸ਼ਾਮਲ ਨੇ। ਲਗਾਤਾਰ ਜਿਹੜਾ ਆ ਉਹ ਵੇਟ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਗਗਨਦੀਪ ਸਿੰਘ ਆਨੰਦਪੁਰੀ ਜੀ ਕਦੋਂ ਉਹਨਾਂ ਨੂੰ ਬੁਲਾਉਣ ਤੇ ਅਸੀਂ ਜਿਹੜਾ ਆ ਇਤਿਹਾਸ ਦਾ ਪ੍ਰੋਗਰਾਮ ਆਰੰਭ ਕਰ ਸਕੀਏ। ਤੇ ਮੈਂ ਹੁਣ ਜਿਹੜਾ ਆ ਥੋੜੀ ਵੀ ਦੇਰ ਨਹੀਂ ਕਰੂੰਗਾ ਤੇ ਮੈਂ ਰੂਹੀ ਗਰੋਵਰ ਜੀ ਨੂੰ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਾਮਲ ਕਰੂੰਗਾ ਤੇ ਜਿਹੜਾ ਆ ਭਗਤ ਸ਼ਹੀਦ ਜਿਹੜੇ ਉਹ ਕਰ ਦਿੱਤੇ ਗਏ ਸੀਗੇ ਅੱਜ ਦੇ ਦਿਨ, ਉਹਨਾਂ ਦੇ ਇਤਿਹਾਸ ਤੇ ਕੁਝ ਕੁ ਜਿਹੜੀਆਂ ਝਾਤੀਆਂ ਮਾਰਾਂਗੇ। ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੇ ਜਿਵੇਂ ਅਸੀਂ ਹਮੇਸ਼ਾ ਸ਼ੁਰੂਆਤ 'ਚ ਕਹਿੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਇੱਥੇ ਸਾਡੇ ਨਾਲ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਨੇ, ਕੋਈ ਜਾਣਕਾਰੀ ਦੇਣਾ ਚਾਹੁੰਦੇ ਨੇ ਜਾਂ ਫਿਰ ਕੋਈ ਇਹੋ ਜਿਹੀ ਇਨਫੋਰਮੇਸ਼ਨ ਜੋ ਸਾਡੇ ਤੋਂ ਪ੍ਰੋਗਰਾਮ ਵਿੱਚ ਮਿਸ ਹੋ ਗਈ ਹੈ ਉਹਨੂੰ ਕੰਪਲੀਟ ਕਰਨਾ ਚਾਹੁੰਦੇ ਨੇ ਤਾਂ ਅਸੀਂ ਥੱਲੇ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਲੇਕਿਨ ਜਿਵੇਂ ਕਿ ਅਸੀਂ ਅੱਗੇ ਵੀ ਇਹ ਕਹਿੰਦੇ ਆ ਕਿ ਇਤਿਹਾਸ ਸੁਣਾਉਣ ਤੋਂ ਬਾਅਦ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਹੁਣ ਅਸੀਂ ਵਧਦੇ ਹਾਂ ਇਤਿਹਾਸ ਦੇ ਵੱਲ। ਬਿਲਕੁਲ ਜੀ। ਰੂਹੀ ਜੀ, ਜੇ ਅਸੀਂ ਗੱਲ ਕਰੀਏ ਭਗਤ ਸਿੰਘ ਹੋਣਾ ਦੇ ਜੀਵਨ ਬਾਰੇ ਜਾਂ ਉਹਨਾਂ ਦੀਆਂ ਸਾਰੀਆਂ ਘਟਨਾਵਾਂ ਬਾਰੇ ਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਜਾਣੂ ਨਹੀਂ ਕਰਵਾ ਸਕਦੇ, ਪਰ ਜੋ ਅੱਜ ਦੇ ਦਿਨ 23 ਮਾਰਚ ਜਾਂ 1-2 ਦਿਨ ਪਹਿਲਾਂ ਦੀ ਜਿਹੜੀ ਗੱਲ ਹੈ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜੋ ਭਗਤ ਸਿੰਘ ਜੀ ਉਹਨਾਂ ਦੇ ਨਾਲ ਜਿਹੜੀ ਬੀਤੀ ਸੀ 1-2 ਦਿਨ ਦੀ ਜਿਹੜੀ ਆ ਉਹ ਘਟਨਾਵਾਂ ਤੇ ਜਿਹੜੀਆਂ ਅਸੀਂ ਝਾਤੀ ਮਾਰਾਂਗੇ ਤੇ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ। ਤੇ ਅੱਜ ਜਿਹੜੀ ਆ 23 ਮਾਰਚ ਜਿਹੜਾ ਆ ਇਸੇ ਦਿਨ ਨੂੰ ਸਮਰਪਿਤ ਹੈ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨਵੇਂ ਭਗਵੰਤ ਮਾਨ ਨੇ ਅੱਜ ਦੇ ਦਿਨ ਜਿਹੜਾ ਆ ਸਾਰੇ ਹੀ ਜਿਹੜਾ ਆ ਪੰਜਾਬ ਦੇ ਵਿੱਚ ਛੁੱਟੀ ਦਾ ਜਿਹੜਾ ਆ ਐਲਾਨ ਕੀਤਾ ਆ ਤੇ ਇਸ ਨੂੰ ਜਿਹੜਾ ਆ ਦਿਨ ਨੂੰ ਸਮਰਪਿਤ ਰੱਖ ਕੇ ਅੱਜ ਪੰਜਾਬ ਦੇ ਵਿੱਚ ਚਾਹੇ ਸਰਕਾਰੀ ਅਦਾਰੇ ਹੋਣ, ਸਕੂਲ ਹੋਣ, ਚਾਹੇ ਕੋਈ ਵੀ ਜਿਹੜਾ ਅਦਾਰਾ ਹੋਵੇ ਉਸ ਨੂੰ ਜਿਹੜਾ ਆ ਛੁੱਟੀ ਦਿੱਤੀ ਗਈ ਆ। ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਹੁਣ ਭਗਤ ਸਿੰਘ ਦੇ ਕੁਝ ਕੁ ਜਿਹੜੀਆਂ ਘਟਨਾਵਾਂ ਜਾਂ ਕੁਝ ਕੁ ਇਤਿਹਾਸ ਉੱਤੇ ਜਿਹੜੀ ਅਸੀਂ ਝਾਤ ਮਾਰਦੇ ਹਾਂ। ਜੇ ਅਸੀਂ ਗੱਲ ਕਰੀਏ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ 23 ਮਾਰਚ 1931 ਦੀ ਦਿਨ ਦੀ ਜਿਹੜੀ ਆ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਜਿਹੜੀ ਆ ਹੋਈ ਸੀਗੀ। ਸੇਮ ਹੀ ਦਿਨ ਹੁੰਦੇ ਸੀ ਕਿ ਫਰਕ ਸਿਰਫ ਇਹ ਸੀ ਕਿ ਸਵੇਰੇ ਜ਼ੋਰਦਾਰ ਜਿਹੜੀ ਆ ਉਹ ਹਨੇਰੀ ਆਈ ਸੀ। ਅੱਜ ਦੇ ਦਿਨ ਜੇਲ੍ਹ ਵਿੱਚ ਕੈਦੀਆਂ ਨੂੰ ਉਸ ਵੇਲੇ ਕੁਝ ਅਜੀਬ ਜਿਹਾ ਲੱਗਿਆ ਜਦੋਂ 4 ਵਜੇ ਵਾਰਡਨ ਚੜਤ ਸਿੰਘ ਨੇ ਉਹਨਾਂ ਨੂੰ ਆ ਕੇ ਕਿਹਾ ਕਿ ਉਹ ਆਪਣੀਆਂ ਕੋਠੜੀਆਂ 'ਚ ਚਲੇ ਜਾਣ। ਹਾਲਾਂਕਿ ਇਸ ਦਾ ਕਾਰਨ ਜਿਹੜਾ ਆ ਉਹ ਨਹੀਂ ਦੱਸਿਆ ਗਿਆ ਸੀ ਜੀ। ਤੇ ਉਹਨਾਂ ਦੇ ਮੂੰਹੋਂ ਸਿਰਫ ਇਹ ਨਿਕਲਿਆ ਕਿ ਇਹ ਹੁਕਮ ਉੱਪਰੋਂ ਹਨ। ਅਜੇ ਕੈਦੀ ਸੋਚ ਹੀ ਰਹੇ ਸਨ ਕਿ ਆਖਰ ਗੱਲ ਕੀ ਹੈ ਕਿ ਜੇਲ੍ਹ ਦਾ ਹਜਾਮ ਬਰਕਤ ਹਰੇਕ ਕਮਰੇ ਦੇ ਸਾਹਮਣਿਓਂ ਬੜਬੜਾਉਂਦਾ ਨਿਕਲਿਆ ਕਿ ਅੱਜ ਰਾਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ। ਉਸ ਪਲ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਬਿਲਕੁਲ ਜੀ, ਬਿਲਕੁਲ ਜੀ। ਇਹ ਜਿਹੜੀ ਘਟਨਾ ਆ ਮੈਂ ਕਹਿਣ ਹੀ ਲੱਗਿਆ ਸੀ, ਰੂਹੀ ਜੀ ਨੇ ਦੱਸ ਹੀ ਦਿੱਤੀ ਕਿ ਜਿਹੜਾ ਆ ਇਹ ਪਲ ਜਿਹੜਾ ਆ ਕਾਫੀ ਜਿਹੜਾ ਆ ਜੇ ਮੰਨ ਲਓ ਪਤਾ ਹੋਵੇ ਵੀ ਜਿਹੜੀ ਘਟਨਾ ਸਾਡੇ ਨਾਲ ਜਿਹੜੀ ਆ ਹੋਣ ਵਾਲੀ ਆ ਜਾਂ ਮਤਲਬ ਜਿਸ ਦਾ ਪਹਿਲਾਂ ਇਸ ਤਰ੍ਹਾਂ ਦਾ ਜੇਲ੍ਹ ਦੇ ਕੈਦੀਆਂ ਨਾਲ ਵਿਹਾਰ ਨਾ ਕੀਤਾ ਗਿਆ ਹੋਵੇ ਤਾਂ ਜਦੋਂ ਅਲੱਗ ਜੀ ਇਦਾਂ ਦੀ ਸਥਿਤੀ ਪੈਦਾ ਹੁੰਦੀ ਆ ਤਾਂ ਜੇਲ੍ਹ ਦੇ ਅੰਦਰ ਵੀ ਕਿ ਬਾਹਰ ਵੀ ਜਿਹੜਾ ਆ ਚਾਹੇ ਆਪਾਂ ਆਪਣੇ ਨਿੱਜੀ ਜੀਵਨ ਦੀ ਗੱਲ ਕਰੀਏ ਸਾਨੂੰ ਥੋੜਾ ਭੈ ਤਾਂ ਹੋ ਹੀ ਜਾਂਦਾ, ਇੱਕ ਰੱਬ ਵੱਲੋਂ ਜਿਹੜਾ ਇੱਕ ਮੈਸੇਜ ਜ਼ਰੂਰ ਮਿਲ ਜਾਂਦਾ। ਹਾਂਜੀ। ਤੇ ਕੈਦੀਆਂ ਨੇ ਬਰਕਤ ਨੂੰ ਅਰਜ਼ ਕੀਤੀ ਕਿ ਉਹ ਫਾਂਸੀ ਤੋਂ ਬਾਅਦ ਭਗਤ ਸਿੰਘ ਦੀ ਕੋਈ ਚੀਜ਼ ਜਿਵੇਂ ਪੈਨ, ਕੰਗਾ ਜਾਂ ਘੜੀ ਲਿਆ ਕੇ ਦੇਵੇ ਤਾਂ ਜੋ ਉਹ ਆਪਣੇ ਪੋਤਰੇ ਪੋਤਰੀਆਂ ਨੂੰ ਦੱਸ ਸਕਣ ਕਿ ਉਹ ਕਦੇ ਭਗਤ ਸਿੰਘ ਦੇ ਨਾਲ ਜੇਲ੍ਹ ਵਿੱਚ ਰਹੇ ਸਨ। ਬਰਕਤ ਸਿੰਘ ਦੀ ਕੋਠੜੀ 'ਚ ਜਿਹੜਾ ਗਿਆ, ਬਰਕਤ ਸਿੰਘ ਭਗਤ ਸਿੰਘ ਦੀ ਕੋਠੜੀ ਵਿੱਚ ਗਿਆ, ਪੈਨ ਤੇ ਕੰਘਾ ਲੈ ਆਇਆ। ਸਾਰੇ ਕੈਦੀ ਉਸ ਤੇ ਆਪਣਾ ਅਧਿਕਾਰ ਸਮਝਣ ਲੱਗੇ ਤੇ ਅਖੀਰ ਇਸ ਲਈ ਡਰਾ ਕੱਢਿਆ ਗਿਆ ਸੀ ਕਿ ਜਿਹੜਾ ਆ ਇਹ ਪੈਨ, ਘੜੀ ਜਾਂ ਕਿਤਾਬ ਕਿਸ ਦੇ ਹਿੱਸੇ ਆਉਣੀ ਹੈ। ਤੇ ਲਾਹੌਰ ਸਾਜ਼ਿਸ਼ ਕੇਸ ਹੁਣ ਸਾਰੇ ਕੈਦੀ ਚੁੱਪ ਹੋ ਗਏ ਸਨ ਤੇ ਉਹਨਾਂ ਦੀਆਂ ਅੱਖਾਂ ਉਸ ਰਾਹ ਤੇ ਟਿਕੀਆਂ ਹੋਈਆਂ ਸਨ ਜਿੱਥੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਲਈ ਲੈ ਕੇ ਜਾਣਾ ਸੀ। ਇੱਕ ਵਾਰ ਪਹਿਲਾਂ ਜਦੋਂ ਭਗਤ ਸਿੰਘ ਨੂੰ ਉਸੇ ਰਸਤਿਓਂ ਲਿਜਾਇਆ ਜਾ ਰਿਹਾ ਸੀ, ਪੰਜਾਬ ਕਾਂਗਰਸ ਦੇ ਆਗੂ ਭੀਮ ਸੈਨ ਸੱਚਰ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਸੀ ਕਿ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜ਼ਿਸ਼ ਕੇਸ ਵਿੱਚ ਆਪਣਾ ਬਚਾਅ ਕਿਉਂ ਨਹੀਂ ਕੀਤਾ। ਜੀ। ਤੇ ਭਗਤ ਸਿੰਘ ਦਾ ਜਵਾਬ ਸੀ, ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਹੈ ਕਿਉਂਕਿ ਮੌਤ ਨਾਲ ਉਹਨਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ ਵਿੱਚ ਅਪੀਲ ਨਾਲ। ਵਾਰਡਨ ਚੜਤ ਸਿੰਘ ਭਗਤ ਸਿੰਘ ਦੇ ਸ਼ੁਭ ਚਿੰਤਕ ਸਨ ਅਤੇ ਉਹਨਾਂ ਕੋਲੋਂ ਭਗਤ ਸਿੰਘ ਲਈ ਜਿਹੜਾ ਆ ਜੋ ਕੁਝ ਹੁੰਦਾ ਸੀ ਉਹ ਕਰਦਾ ਸੀ। ਉਹੀ ਲਾਹੌਰ ਦਾ ਦਵਾਰਕਾ ਦਾਸ ਲਾਇਬ੍ਰੇਰੀ ਤੋਂ ਭਗਤ ਸਿੰਘ ਲਈ ਜਿਹੜਾ ਆ ਪੜ੍ਹਨ ਵਾਸਤੇ ਕਿਤਾਬਾਂ ਲਿਆਉਂਦਾ ਸੀ। ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨਾ ਬਹੁਤ ਚੰਗਾ ਲੱਗਦਾ ਸੀ। ਜੀ। ਤੇ ਜੇਲ੍ਹ ਦੀ ਸਖਤ ਜ਼ਿੰਦਗੀ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਇੰਨਾ ਸ਼ੌਕ ਸੀ ਕਿ ਇੱਕ ਵਾਰ ਉਹਨਾਂ ਨੇ ਆਪਣੇ ਸਕੂਲ ਦੇ ਸਾਥੀ ਜੈਦੇਵ ਕਪੂਰ ਨੂੰ ਲਿਖਿਆ ਕਿ ਉਹ
ਕਾਰਨ ਲਿਖਨੇ ਕਿ ਮਿਲੀਟਰਿਜ਼ਮ, ਲੈਨਿਨ ਦੀ ਲੈਫਟ ਵਿੰਗ ਕਮਿਊਨਿਜ਼ਮ ਅਤੇ ਆਪਟਨ ਸਿਕਲੇਅਰ ਦਾ ਨਾਵਲ ਦ ਸਪਾਈ ਕੁਲਬੀਰ ਰਾਹੀਂ ਪੇਸ਼ ਦੇਵੇ। ਜੀ ਭਗਤ ਸਿੰਘ ਦੀ ਜੇਲ੍ਹ ਦੀ ਸਖਤ ਜ਼ਿੰਦਗੀ 'ਚ ਜਿਹੜੇ ਨੇ ਉਹ ਆਦੀ ਹੋ ਗਏ ਸੀਗੇ। ਉਹਨਾਂ ਦੀ ਕੋਠੜੀ ਦਾ ਨੰਬਰ ਜਿਹੜਾ ਆ 14 ਪੱਕਾ ਫਰਸ਼ ਨਹੀਂ ਸੀਗਾ, ਉਸ ਉੱਤੇ ਘਾਹ ਉੱਗਿਆ ਹੋਇਆ ਸੀ। ਉਸ 'ਚ ਬਸ ਇੰਨੀ ਕੁ ਜਗ੍ਹਾ ਸੀ ਕਿ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਿਲ ਦੇ ਨਾਲ ਜਿਹੜਾ ਆ ਉਹਦੇ ਵਿੱਚ ਆ ਸਕੇ। ਰੂਹੀ ਜੀ, ਤੁਹਾਨੂੰ ਅਸੀਂ ਦੱਸ ਦਈਏ, ਉਹਨਾਂ ਨੂੰ ਬੈਰਕਾਂ ਕਿਹਾ ਜਾਂਦਾ ਆ। ਕੁਝ ਬੈਰਕਾਂ ਇੱਦਾਂ ਦੀਆਂ ਸੀਗੀਆਂ ਜਿਸ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਸੀ, ਨਾ ਤਾਂ ਬੰਦਾ ਉਹ ਝੁਕ ਸਕਦਾ ਹੁੰਦਾ ਸੀ, ਨਾ ਤੇ ਉਹ ਪੂਰਾ ਖੜ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਨੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਚਾਹੇ ਉਹ ਅੰਡੇਮਾਨ ਨਿਕੋਬਾਰ ਜਿਹੜੇ ਅੰਡੇਮਾਨ ਟਾਪੂਆਂ ਤੇ ਉੱਤੇ ਜਿਹੜੇ ਕਾਲੇ ਪਾਣੀਆਂ ਨੂੰ ਭੇਜੇ ਗਏ ਸਨ, ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਸਜ਼ਾ ਦਿੱਤੀ ਜਾਂਦੀ ਸੀ। ਪਰ ਇੱਕ ਗੱਲ ਹੋਰ ਵੀ ਆ, ਪਰ ਸਜ਼ਾ ਜਿਹੜੀ ਉਹ ਦੇਣੀ ਇਸ ਕਰਕੇ ਦਿੱਤੀ ਜਾਂਦੀ ਸੀਗੀ ਸਿਰਫ ਇੱਕ ਇਨਸਾਨ ਨੂੰ ਆਪਣੀ ਗਲਤੀ ਰਿਅਲਾਈਜ਼ ਹੋ ਸਕੇ। ਪਰ ਇਹ ਜਿਹੜੀਆਂ ਸਜ਼ਾਵਾਂ ਨੇ ਕਾਫੀ ਜਿਹੜੀਆਂ ਕਠਿਨ ਹੁੰਦੀਆਂ ਸੀਗੀਆਂ। ਜਿਹੜੇ ਆ ਵੱਡੇ ਤੋਂ ਵੱਡੇ ਜਿਹੜੇ ਨੇ ਦੋਸ਼ੀ ਨੂੰ ਜਿਹੜੀਆਂ ਇਹ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਪਰ ਮੈਨੂੰ ਨਹੀਂ ਸੀ ਲੱਗਦਾ ਕਿ ਜੇ ਇਸ ਤਰ੍ਹਾਂ ਦੀਆਂ ਸਜ਼ਾਵਾਂ ਦੇ ਕੇ ਵੀ ਜੇ ਹਿੰਸਾ ਜਾਂ ਮਤਲਬ ਸੱਚ ਦੀ ਆਵਾਜ਼ ਨੂੰ ਜੇ ਦਬਾਇਆ ਜਾਵੇ ਤਾਂ ਇਹ ਮਤਲਬ ਸਹੀ ਹੋਏਗਾ। ਕੋਈ ਜੇ ਕਾਨੂੰਨ ਨਾਂ ਦੀ ਚੀਜ਼ ਸੀ ਤਾਂ ਉਸ ਨੂੰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਆ ਉਸ ਨੂੰ ਜਿਹੜਾ ਨਿਪਟਾਉਣਾ ਚਾਹੀਦਾ ਆ। ਤੇ ਇਹ ਜਿਹੜਾ ਵਰਤਾਰਾ ਆ ਉਹ ਬਿਲਕੁਲ ਮੈਨੂੰ ਸਹੀ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜਾ ਆ ਵਰਤਾਰਾ ਜਿਹੜਾ ਆ ਉਹ ਕਰਨਾ ਚਾਹੀਦਾ ਆ। ਜੇ ਕਾਨੂੰਨ ਹੈ ਤਾਂ ਕਾਨੂੰਨ ਦੇ ਮੁਤਾਬਿਕ ਜਿਸ ਤਰ੍ਹਾਂ ਕਾਨੂੰਨ ਦੇ ਵਿੱਚ ਸਜ਼ਾਵਾਂ ਲਿਖੀਆਂ ਨੇ, ਜਾਂ ਮਤਲਬ ਚਾਹੇ ਇਹ 1947 ਤੋਂ ਪਹਿਲਾਂ ਦੀ ਗੱਲ ਹੈ, ਉਦੋਂ ਵੀ ਕੋਈ ਨਾ ਕੋਈ ਕਾਨੂੰਨ ਹੋਏਗਾ। ਜੇ ਉਸ ਤੋਂ ਉੱਦਾਂ ਦਾ ਕਾਨੂੰਨ ਸੀਗਾ ਤਾਂ ਉਹ ਜਿਹੜਾ ਆ ਕਾਫੀ ਘਾਤਕ ਸੀਗਾ। ਹਰੇਕ ਨੂੰ ਆਪਣੀ ਗੱਲ ਕਹਿਣ ਦਾ ਰਾਈਟ ਹੈ, ਚਾਹੇ ਉਹ 1947 ਤੋਂ ਬਾਅਦ ਜਿਹੜਾ ਆ ਸਾਡਾ ਸੰਵਿਧਾਨ ਲਿਖਿਆ ਗਿਆ ਤੇ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਦਲੀਲਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਸੋਧਾਂ ਕੀਤੀਆਂ ਗਈਆਂ। ਪਰ ਜੇ ਅਸੀਂ ਗੱਲ ਕਰੀਏ ਇੱਕ ਇਨਸਾਨੀਅਤ ਤੌਰ ਤੇ ਹਰੇਕ ਨੂੰ ਆਪਣੀ ਆਜ਼ਾਦੀ ਜਾਂ ਆਪਣਾ ਜਿਹੜਾ ਆ ਖੁਦ ਮੁਖਤਿਆਰੀ ਜਿਹੜੀ ਆ ਹੋਣੀ ਜ਼ਰੂਰੀ ਹੋਣੀ ਚਾਹੀਦੀ ਆ। ਬਿਲਕੁਲ ਜੀ। ਤੇ ਭਗਤ ਸਿੰਘ ਨੂੰ ਫਾਂਸੀ ਤੋਂ 2 ਘੰਟੇ ਪਹਿਲਾਂ ਉਹਨਾਂ ਦੇ ਵਕੀਲ ਪ੍ਰਾਣਨਾਥ ਮਹਿਤਾ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ ਵਿੱਚ ਪਿੰਜਰੇ ਵਿੱਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ। ਬਿਲਕੁਲ ਜੀ, ਇਨਕਲਾਬ ਜ਼ਿੰਦਾਬਾਦ। ਉਹਨਾਂ ਨੇ ਮੁਸਕਰਾ ਕੇ ਮਹਿਤਾ ਦਾ ਸਵਾਗਤ ਕੀਤਾ ਤੇ ਪੁੱਛਿਆ ਕਿ ਤੁਸੀਂ ਮੇਰੀ ਕਿਤਾਬ ਜਿਹੜੀ ਆ ਰੈਵੋਲੂਸ਼ਨਰੀ ਲਿਵਿੰਗ, ਹਾਂਜੀ, ਤੇ ਤੁਸੀਂ ਲਿਆਂਦੀ ਹੈ ਕਿ ਨਹੀਂ ਲਿਆਂਦੀ। ਜਦ ਮਹਿਤਾ ਨੇ ਇਸ ਕਿਤਾਬ ਨੂੰ ਦਿੱਤਾ ਤਾਂ ਉਸ ਸਮੇਂ ਹੀ ਜਿਹੜਾ ਆ ਉਹ ਪੜ੍ਹਨ ਲੱਗ ਗਏ। ਤੇ ਜਿਵੇਂ ਉਹਨਾਂ ਕੋਲ ਬਿਲਕੁਲ ਜ਼ਿਆਦਾ ਸਮਾਂ ਹੁੰਦਾ ਹੀ ਨਹੀਂ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਜਿਵੇਂ ਸ਼ੌਂਕ ਸੀਗਾ ਹਰ ਇੱਕ ਕਿਤਾਬ ਦਾ ਗਿਆਨ ਲੈਣਾ। ਤੇ ਜਦੋਂ ਜਿਹੜੀਆਂ ਮਹਿਤਾ ਨੇ ਕਿਤਾਬ ਦਿੱਤੀ ਤਾਂ ਉਸ ਨੂੰ ਜਿਹੜਾ ਆ ਪੜ੍ਹਨ ਲੱਗ ਗਏ। ਤੇ ਅੱਗੇ ਦੀ ਜਿਹੜੀ ਕਾਰਵਾਈ ਆ, ਉਹਨਾਂ ਨੇ ਕਿਹਾ ਕਿ ਮਹਿਤਾ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਦੇਸ਼ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ। ਭਗਤ ਸਿੰਘ ਨੇ ਕਿਤਾਬ ਤੋਂ ਆਪਣਾ ਧਿਆਨ ਨਹੀਂ ਹਟਾਇਆ। ਤੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਰਦੇ ਸਿਰ ਮਾਰ ਦਿੰਦੇ ਆ ਜਾਂ ਅਸੀਂ ਬੋਲ ਦਿੰਦੇ ਆ, ਤਾਂ ਉਹਨਾਂ ਨੇ ਸਿਰਫ 2 ਹੀ ਸ਼ਬਦ ਦਿੱਤੇ ਤੇ ਬੋਲੇ ਆਪਣੇ ਮੂੰਹ ਦੇ ਵਿੱਚੋਂ, ਸਾਮਰਾਜ ਮੁਰਦਾਬਾਦ ਅਤੇ ਇਨਕਲਾਬ ਜਿਹੜਾ ਆ ਜ਼ਿੰਦਾਬਾਦ। ਤੇ ਇਸ ਤੋਂ ਬਾਅਦ ਭਗਤ ਸਿੰਘ ਨੇ ਮਹਿਤਾ ਨੂੰ ਕਿਹਾ ਕਿ ਪੰਡਤ ਨਹਿਰੂ ਤੇ ਸੁਭਾਸ਼ ਚੰਦਰ ਬੋਸ ਨੂੰ ਮੇਰਾ ਧੰਨਵਾਦ ਪਹੁੰਚਾ ਦੇਣਾ, ਜਿਨ੍ਹਾਂ ਨੇ ਮੇਰੇ ਕੇਸ ਵਿੱਚ ਡੂੰਘੀ ਦਿਲਚਸਪੀ ਦਿਖਾਈ ਸੀ। ਭਗਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮਹਿਤਾ ਰਾਜਗੁਰੂ ਨੂੰ ਮਿਲਣ ਉਹਨਾਂ ਦੀ ਕੋਠੜੀ ਪਹੁੰਚੇ। ਰਾਜਗੁਰੂ ਦੇ ਆਖਰੀ ਸ਼ਬਦ ਸਨ, ਅਸੀਂ ਛੇਤੀ ਮਿਲਾਂਗੇ। ਸੁਖਦੇਵ ਨੇ ਮਹਿਤਾ ਨੂੰ ਯਾਦ ਦਿਵਾਇਆ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਜਿਹੜੇ ਨੇ ਉਹ ਜੇਲਰ ਕੋਲੋਂ ਜਿਹੜਾ ਕੈਰਮ ਬੋਰਡ ਲੈਣ ਜੋ ਉਹਨਾਂ ਨੇ ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਹੀ ਦਿੱਤਾ ਸੀ। ਜੀ। ਤੇ ਹੁਣ ਗੱਲ ਕਰੀਏ ਕਿ ਮਹਿਤਾ ਦੇ ਜਾਣ ਤੋਂ ਥੋੜੀ ਦੇਰ ਬਾਅਦ ਜੇਲ੍ਹ ਅਧਿਕਾਰੀਆਂ ਨੇ 3 ਕ੍ਰਾਂਤੀਕਾਰੀਆਂ ਨੂੰ ਦੱਸ ਦਿੱਤਾ ਕਿ ਉਹਨਾਂ ਨੂੰ ਸਮੇਂ ਤੋਂ 12 ਘੰਟੇ ਪਹਿਲਾਂ ਹੀ ਫਾਂਸੀ ਦਿੱਤੀ ਜਾ ਰਹੀ ਹੈ। ਅਗਲੇ ਦਿਨ ਸਵੇਰੇ 6 ਵਜੇ ਦੀ ਬਜਾਏ ਉਸੇ ਸ਼ਾਮ 7 ਵਜੇ ਫਾਂਸੀ ਤੇ ਚੜ੍ਹਾ ਦਿੱਤਾ ਜਾਵੇਗਾ। ਭਗਤ ਸਿੰਘ ਮਹਿਤਾ ਵੱਲੋਂ ਦਿੱਤੀ ਗਈ ਕਿਤਾਬ ਦੇ ਕੁਝ ਪੰਨੇ ਹੀ ਪੜ੍ਹ ਸਕੇ ਸਨ। ਉਹਨਾਂ ਦੇ ਮੂੰਹੋਂ ਨਿਕਲਿਆ ਕਿ ਤੁਸੀਂ ਮੈਨੂੰ ਇਸ ਕਿਤਾਬ ਦਾ ਇੱਕ ਅਧਿਆਇ ਵੀ ਪੂਰਾ ਨਹੀਂ ਜਿਹੜਾ ਆ ਪੜ੍ਹਨ ਦਿੱਤਾ ਜਾਂ ਪੜ੍ਹਨ ਦਿਓਗੇ। ਜੀ। ਤੇ ਭਗਤ ਸਿੰਘ ਨੇ ਜੇਲ੍ਹ ਦੇ ਮੁਸਲਿਮ ਸਫਾਈ ਕਰਮਚਾਰੀ ਬੇਬੇ ਨੂੰ ਬੇਨਤੀ ਕੀਤੀ ਸੀ ਕਿ ਫਾਂਸੀ ਤੋਂ 1 ਦਿਨ ਪਹਿਲਾਂ ਸ਼ਾਮ ਨੂੰ ਉਹ ਆਪਣੇ ਘਰੋਂ ਭੋਜਨ ਲਿਆਉਣ। ਪਰ ਬੇਬੇ ਭਗਤ ਸਿੰਘ ਦੀ ਇਹ ਇੱਛਾ ਜਿਹੜੀ ਆ ਉਹ ਪੂਰੀ ਨਹੀਂ ਕਰ ਸਕੀ, ਕਿਉਂਕਿ ਭਗਤ ਸਿੰਘ ਨੂੰ 12 ਘੰਟੇ ਪਹਿਲਾਂ ਹੀ ਫਾਂਸੀ ਦੇਣ ਦਾ ਐਲਾਨ ਜਿਹੜਾ ਆ ਲਿਆ ਗਿਆ ਸੀ ਅਤੇ ਬੇਬੇ ਜੇਲ੍ਹ ਦੇ ਗੇਟ ਅੰਦਰ ਨਹੀਂ ਆ ਸਕੀ। ਜੀ। ਤੇ ਉਸ ਤੋਂ ਕੁਝ ਦੇਰ ਬਾਅਦ 3 ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਹਨਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਤੇ ਆਪਣਾ ਮਨਪਸੰਦ ਆਜ਼ਾਦੀ ਦਾ ਗੀਤ ਗਾਉਣ ਲੱਗੇ ਕਿ ਉਹ ਦਿਨ ਕਦੋਂ ਆਵੇਗਾ ਜਦ ਅਸੀਂ ਆਜ਼ਾਦ ਹੋਵਾਂਗੇ।
ਇਹ ਆਪਣੀ ਹੀ ਧਰਤੀ ਹੋਵੇਗੀ, ਇਹ ਆਪਣਾ ਆਸਮਾਨ ਹੋਵੇਗਾ। ਤੇ ਜਦੋਂ ਵੀ ਇਦਾਂ ਵੀਰ ਯੋਧਿਆਂ ਦੀਆਂ ਜਿਹੜੀਆਂ ਗਥਾਵਾਂ ਅਸੀਂ ਪੜ੍ਹਦੇ ਹਾਂ ਤਾਂ ਸਾਡੇ ਮਨੋ ਮਨੀ ਜਿਹੜਾ ਆ ਇੱਕ ਧੁਨ ਜੀ ਜਿਹੜੀ ਆ ਨਿਕਲਣ ਲੱਗ ਜਾਂਦੀ ਆ, ਜੋ ਕਿ ਇੱਕ ਫਿਲਮਾਈ ਗਈ ਸੀਗੀ, ਜਿਹੜਾ ਆ कर चले हम फिदा जानो तन साथियो अब तुम्हारे हवाले वतन साथियो। कुछ इस तरह ਦੀ ਵੀ ਜਿਹੜੀ ਉਹਨਾਂ ਦੀ ਮਨ ਦੀ ਜਿਹੜੀ ਆ ਭਾਵਨਾ ਵੀ ਸੀਗੀ। ਤੇ ਇੱਕ ਜਿਹੜਾ ਆ ਇੱਕ ਹੋਰ ਜਿਹੜੀ ਆ ਧੁਨ ਰੂਹੀ ਜੀ ਉਹ ਸਾਡੇ ਮਨਾਂ ਦੇ ਵਿੱਚ ਜਿਹੜੀ ਆ ਇੱਕ ਵੱਜਣ ਲੱਗ ਜਾਂਦੀ ਆ, ਉਹ ਸ਼ਾਇਦ ਮੇਰੇ ਥੋੜੇ ਜਿਹਾ ਦਿਮਾਗ ਦੇ ਵਿੱਚ ਉਹ ਸਲਿੱਪ ਕਰ ਗਈ ਆ। सरफरोशी की तमन्ना अब हमारे दिल में है देखना है जोर कितना बाजुए कातिल में है। कुछ इस तरह ਦੀਆਂ ਜਿਹੜੀਆਂ ਧੁਨਾਂ ਸਾਡੇ ਮਨ ਵਿੱਚ ਵੀ ਜਿਹੜੀਆਂ ਨੇ ਉਹ ਵੱਜਣ ਲੱਗ ਜਾਂਦੀਆਂ ਨੇ। ਪਰ ਜਿਨ੍ਹਾਂ ਨੇ ਆਜ਼ਾਦੀ ਦੇ ਦੇਣ ਦੇ ਵਿੱਚ ਜਿਹੜਾ ਹਿੱਸਾ ਪਾਇਆ ਹੋਵੇ ਤਾਂ ਉਹਨਾਂ ਦੇ ਮਨਾਂ ਦੇ ਅੰਦਰ ਕਿੰਨੇ ਕੁ ਵਲਵਲੇ ਉੱਠਦੇ ਹੋਣਗੇ, ਸ਼ਾਇਦ ਅਸੀਂ ਇਸ ਸਮੇਂ ਸਮਝਾ ਨਹੀਂ ਸਕਦੇ ਜੀ। ਫਿਰ ਇਹਨਾਂ ਤਿੰਨਾਂ ਦਾ ਇੱਕ ਇੱਕ ਕਰਕੇ ਭਾਰ ਤੋਲਿਆ ਗਿਆ। ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਇਹਨਾਂ ਸਾਰਿਆਂ ਨੂੰ ਆਪਣਾ ਆਖਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਫਿਰ ਉਹਨਾਂ ਨੂੰ ਪਾਉਣ ਲਈ ਕਾਲੇ ਕੱਪੜੇ ਦਿੱਤੇ, ਪਰ ਉਹਨਾਂ ਦੇ ਚਿਹਰੇ ਖੁੱਲੇ ਰਹਿਣ ਦਿੱਤੇ ਗਏ। ਚੜ੍ਹਤ ਸਿੰਘ ਨੇ ਭਗਤ ਸਿੰਘ ਦੇ ਕੰਨ 'ਚ ਕਿਹਾ ਕਿ ਵਾਹਿਗੁਰੂ ਨੂੰ ਯਾਦ ਕਰੋ ਜੀ। ਤੇ ਜਦੋਂ ਫਾਂਸੀ ਦਾ ਤਖਤਾ ਜਾਂ ਫਾਂਸੀ ਤੇ ਚੜਾਉਣ ਵੇਲੇ ਕੁਝ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸੀਗਾ ਕਿ ਭਗਤ ਸਿੰਘ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਰੱਬ ਨੂੰ ਯਾਦ ਨਹੀਂ ਕੀਤਾ। ਪਰ ਇੱਕ ਗੱਲ ਇੱਥੇ ਰੂਹੀ ਜੀ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਭਗਤ ਸਿੰਘ ਜਿਹੜਾ ਆ ਉਹ ਪਰਮਾਤਮਾ ਦੀ ਹੋਂਦ ਨੂੰ ਨਹੀਂ ਸੀ ਸਮਝਦਾ, ਉਹ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਸੀ। ਤੇ ਇੱਕ ਲੇਖਕ ਦੀ ਜਿਹੜੀ ਕਿਤਾਬ ਮੈਂ ਪੜ੍ਹੀ ਸੀ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਸੀਗਾ ਕਿ ਜਦੋਂ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਜੀ ਤੇ ਉਹਨਾਂ ਦੀ ਮਾਤਾ ਜੀ ਜਿਹੜੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਗਏ ਸੀਗੇ ਤਾਂ ਉਹਨਾਂ ਨੂੰ ਇੱਕ ਜਿਹੜਾ ਆ ਨਿਤਨੇਮ ਦਾ ਜਿਹੜਾ ਗੁਟਕਾ ਦਿੱਤਾ ਗਿਆ ਸੀਗਾ ਤਾਂ ਉਹਨਾਂ ਨੇ ਵਾਪਸ ਕਰ ਦਿੱਤਾ ਸੀ। ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਮੈਂ ਜਿਹੜਾ ਆ ਨਾਸਤਿਕ ਹਾਂ ਤੇ ਮੈਂ ਇਸ ਕਰਕੇ ਪਰਮਾਤਮਾ ਦੀ ਹੋਂਦ ਨੂੰ ਨਹੀਂ ਸਮਝ ਸਕਦਾ, ਜਾਂ ਮਤਲਬ ਮੈਂ ਨਹੀਂ ਸਮਝਦਾ, ਜਾਂ ਮੈਂ ਮਤਲਬ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਹੈ। ਤੇ ਇਸ ਕਰਕੇ ਜਿਹੜਾ ਗੁਰਬਾਣੀ ਦਾ ਗੁਟਕਾ ਸਾਹਿਬ ਹੈ ਵੀ ਉਹ ਤੁਸੀਂ ਵਾਪਸ ਲੈ ਜਾਓ, ਮੈਨੂੰ ਮਤਲਬ ਬਾਣੀ ਪੜ੍ਹਨਾ ਬਿਲਕੁਲ ਜਿਹੜਾ ਆ ਉਹ ਸਹੀ ਨਹੀਂ ਲੱਗਦਾ। ਪਰ ਇੱਕ ਗੱਲ ਇੱਥੇ ਇਹ ਵੀ ਕਹਿਣੀ ਚਾਹਾਂਗਾ ਮੈਂ ਦਰਸ਼ਕਾਂ ਨੂੰ ਤੇ ਰੂਹੀ ਜੀ ਤੁਹਾਨੂੰ, ਕਿਤਾਬਾਂ ਪੜ੍ਹਨਾ ਅਲੱਗ ਹੈ, ਦੇਸ਼ ਦੀ ਆਜ਼ਾਦੀ ਲਈ ਜਿਹੜਾ ਆ ਇੱਕ ਜਿਹੜਾ ਕਦਮ ਪਟਣਾ ਉਹ ਸ਼ਲਾਘਾਯੋਗ ਹੈ। ਪਰ ਜੋ ਪਰਮਾਤਮਾ ਨੇ ਸਾਨੂੰ ਇਸ ਜੀਵ ਨੂੰ ਇਸ ਧਰਤੀ ਤੇ ਜਿਹੜਾ ਭੇਜਿਆ ਆ ਉਸ ਦਾ ਸ਼ੁਕਰਾਨਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਆ। ਮੰਨਿਆ ਕਿ ਅਸੀਂ ਪਰਮਾਤਮਾ ਦੀ ਹੋਂਦ ਨੂੰ ਨਹੀਂ ਸਮਝ ਸਕਦੇ, ਪਰ ਉਸ ਦੇ ਕੀਤੇ ਹੋਏ ਉਪਕਾਰਾਂ ਨੂੰ, ਉਸ ਦੀ ਦਿੱਤੀ ਦੇਹ ਨੂੰ, ਉਸ ਦੇ ਦਿੱਤੇ ਸਵਾਸਾਂ ਦਾ ਅਸੀਂ ਚਿੰਤਨ ਕਰਕੇ ਪਰਮਾਤਮਾ ਦਾ ਚਿੰਤਨ ਤਾਂ ਕਰ ਸਕਦੇ ਹਾਂ ਨਾ। ਤਾਂ ਇਸ ਕਰਕੇ ਜਿਹੜਾ ਆ ਭਗਤ ਸਿੰਘ ਜਿਹੜਾ ਆ ਉਹ ਨਾਸਤਿਕ ਸੀ, ਉਹ ਪਰਮਾਤਮਾ ਨੂੰ ਜਿਹੜਾ ਆ ਉਹ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ ਸੀ। ਅਸਲ ਵਿੱਚ ਮੈਂ ਕਈ ਵਾਰ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਜਿਹੜਾ ਆ ਕੋਸਿਆ ਆ। ਤੇ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਜੇ ਕੋਈ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦਾ ਆ ਤਾਂ ਉਹ ਸਿਰਫ ਪਰਮਾਤਮਾ ਉਹਦਾ ਦੋਸ਼ੀ ਆ ਤੇ ਜਿਹੜਾ ਆ ਬੰਦਾ ਉਹਦਾ ਦੋਸ਼ੀ ਨਹੀਂ ਹੈ। ਇਸ ਕਰਕੇ ਥੋੜ੍ਹੀ ਜਿਹੀ ਜਿਹੜੀ ਆ ਪਰਮਾਤਮਾ ਪ੍ਰਤੀ ਉਹਨਾਂ ਦੀ ਜਿਹੜੀ ਆ ਟੇਢੀ ਜਿਹੜੀ ਆ ਸੋਚ ਰਹੀ ਸੀ ਜੀ। ਤੇ ਜੇਕਰ ਹੁਣ ਮੈਂ ਉਹਨਾਂ ਕੋਲੋਂ ਮਾਫੀ ਮੰਗਾ ਤਾਂ ਉਹ ਕਹਿਣਗੇ ਕਿ ਇਸ ਤੋਂ ਵੱਡਾ ਡਰਪੋਕ ਕੋਈ ਨਹੀਂ ਹੈ, ਇਸ ਦਾ ਅੰਤ ਨੇੜੇ ਹੈ, ਇਸ ਲਈ ਮਾਫੀ ਮੰਗਣ ਆਇਆ ਹੈ। ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਕਿ ਜੇ ਮੈਂ ਹੁਣ ਮੁਆਫੀ ਮੰਗਾ ਕਿ ਹਾਂ ਮੇਰੀਆਂ ਸਜ਼ਾਵਾਂ ਜਿਹੜੀਆਂ ਮੈਂ ਕੀਤੀਆਂ ਜਾਂ ਕੁਝ ਵੀ ਜਿਹੜਾ ਮੇਰੇ ਮਨ ਦੇ ਵਿੱਚ ਬੋਲਿਆ ਗਿਆ ਹੈ ਤੇ ਮੈਂ ਉਸ ਦੀ ਜੇ ਮੁਆਫੀ ਮੰਗਾ ਤਾਂ ਇਹ ਹੋ ਸਕਦਾ ਕਿ ਜਿਹੜਾ ਆ ਉਹਨਾਂ ਨੂੰ ਫਾਂਸੀ ਚੜ੍ਹਾਇਆ ਜਾ ਰਿਹਾ ਸੀਗਾ ਉਸ ਸਮੇਂ ਤੋਂ ਕੁਝ ਦੇਰ ਪਹਿਲਾਂ ਦੀਆਂ ਜਿਹੜੀਆਂ ਨੇ ਇਹ ਲਾਈਨਾਂ ਨੇ ਕਿ ਮੈਂ ਆਪਣੇ ਜਿਹੜਾ ਮੌਤ ਦੇ ਡਰ ਤੋਂ ਜਿਹੜਾ ਪਰਮਾਤਮਾ ਤੋਂ ਜਿਹੜਾ ਮੁਆਫੀ ਮੰਗ ਰਿਹਾ। ਤੇ ਜਿਹੜੀ ਆ ਇਹ ਗੱਲ ਜਿਹੜੀ ਆ ਕਈ ਜਿਹੜੇ ਆ ਸਾਡੇ ਦਰਸ਼ਕ ਜਿਹੜੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਣਗੀਆਂ ਸ਼ਾਇਦ ਉਹਨਾਂ ਦੇ ਗਲੇ ਦੇ ਥੱਲੋਂ ਨਹੀਂ ਉਤਰਨਗੀਆਂ, ਪਰ ਇਹ ਸੱਚ ਦੱਸਣ ਦੇ ਲਈ ਮੈਂ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਮਜਬੂਰ ਹਾਂ ਜੀ। ਤੇ ਜਿਵੇਂ ਹੀ ਜੇਲ੍ਹ ਦੀ ਕੜੀ ਨੇ 6 ਵਜੇ ਤਾਂ ਕੈਦੀਆਂ ਨੇ ਦੂਰੋਂ ਆਉਣ ਵਾਲੇ ਕੁਝ ਕਦਮਾਂ ਦੀ ਆਵਾਜ਼ ਸੁਣੀ। ਉਹਨਾਂ ਦੇ ਨਾਲ ਹੀ ਭਾਰੇ ਬੂਟਾਂ ਦੀ ਜ਼ਮੀਨ ਤੇ ਤੁਰਨ ਦੀ ਆਵਾਜ਼ ਵੀ ਆ ਰਹੀ ਸੀ। ਇਸ ਦੇ ਨਾਲ ਹੀ ਇੱਕ ਗਾਣੇ ਦੀ ਦੱਬੀ ਹੋਈ ਆਵਾਜ਼ ਸੀ, ਸਰਫਰੋਸ਼ੀ ਕੀ ਤਮੰਨਾ अब हमारे दिल में है देखना है जोर कितना बाजुए कातिल में है। बिल्कुल जिस तरह मैं ਤੁਹਾਨੂੰ ਪਹਿਲਾਂ ਹੀ ਜਿਹੜਾ ਆ ਉਹ ਇਹ ਜਿਹੜੀ ਆ ਧੁਨ ਦੱਸ ਦਿੱਤੀ ਸੀਗੀ ਕਿ ਸ਼ਾਇਦ ਉਦੋਂ ਵੀ ਜਿਹੜਾ ਆ ਇਹ ਧੁਨ ਜਿਹੜੀ ਲਗਾਤਾਰ ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜੀ ਆ ਵੱਜਦੀ ਸੀ। ਸਾਰਿਆਂ ਨੂੰ ਇੱਕ ਹੋਰ ਵਾਕਿਆ ਜਦੋਂ ਯਾਦ ਆਉਂਦਾ, ਜਦੋਂ ਉਹਨਾਂ ਨੂੰ ਇੱਕ ਵੀ ਅਧਿਆਇ ਪੜ੍ਹਨ ਨਹੀਂ ਦਿੱਤਾ ਗਿਆ ਸੀਗਾ ਸ਼ਾਮ ਤੱਕ, ਤੇ ਉਹਨਾਂ ਨੇ ਉਸ ਤੋਂ ਬਾਅਦ ਇਹ ਕਿਹਾ ਸੀ ਚਲੋ फिर कभी पढ़ लेंगे। मतलब वो चीज़ एकदम ना रोंगटे खड़े कर दिंदी है कि जो पता तुसी फांसी दे तख्ते ते चढ़न वाले हो लेकिन उस तो बाद भी ये कहना बहुत वड्डी गल है। बिल्कुल जी बिल्कुल।
ਰੂਹੀ ਜੀ ਇੱਕ ਗੱਲ ਮੈਂ ਤੁਹਾਨੂੰ ਗੁਰਬਾਣੀ ਦੇ ਆਧਾਰ ਤੇ ਕਹਿ ਦੇਵਾਂ, ਗੁਰਬਾਣੀ ਨੇ ਸਭ ਤੋਂ ਪਹਿਲਾਂ ਜਿਹੜਾ ਜੀਵ ਦਾ ਮਰਨ ਕਾਲ ਇਸ ਧਰਤੀ ਦੇ ਉੱਤੇ ਲਿਖਿਆ ਹੋਇਆ, ਠੀਕ ਹੈ ਜੀ। ਕਿਆ ਜਾਣਾ ਕਿ ਵਹ ਮਰਾਂਗੇ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ ਵੀ ਕਿ ਇਨਸਾਨ ਕਿਸ ਤਰ੍ਹਾਂ ਮਰੇਗਾ। ਕਰੋਨਾ ਦੀ ਬਿਮਾਰੀ ਨਾਲ ਮਰੇਗਾ, ਆਜ਼ਾਦੀ ਦੇ ਵਿੱਚ ਆਜ਼ਾਦੀ ਗੁਲਾਟੀਆ ਬਣ ਕੇ ਸੀਨੇ ਤੇ ਗੋਲੀ ਖਾ ਕੇ ਮਰੇਗਾ, ਜਾਂ दारू ਪੀ ਕੇ ਕਿਸੇ ਜਿਹੜਾ ਆ ਨਾਲੀ ਦੇ ਵਿੱਚ ਜਾਂ ਕਿਸੇ ਚਿੱਕੜ ਦੇ ਵਿੱਚ ਡਿੱਗ ਕੇ ਮਰੇਗਾ, ਕੋਈ ਨਹੀਂ ਪਤਾ। ਪਰ ਗੁਰਬਾਣੀ ਉਸ ਨੂੰ ਸਲਾਉਂਦੀ ਹੈ ਜਿਸ ਨੇ ਜ਼ਿੰਦਗੀ ਦੇ ਵਿੱਚ ਕੋਈ ਸ਼ਲਾਘਾ ਭਰਿਆ ਕਦਮ ਕੀਤਾ ਹੋਵੇ, ਉਸ ਪਰਮਾਤਮਾ ਦਾ ਚਿੰਤਨ ਕਰਕੇ ਜਿਹੜਾ ਆ ਸਾਰਿਆਂ ਦੇ ਮਨ ਦੇ ਵਿੱਚ ਇੱਕ ਜਿਹੜਾ ਆ ਆਪਣੀ ਛਾਪ ਛੱਡ ਕੇ ਗਿਆ ਹੋਵੇ ਜੀ। ਕਿਆ ਜਾਣਾ ਕਿ ਵਹ ਮਰਾਂਗੇ, ਕੈਸਾ ਮਰਨਾ ਹੋਏ। ਦੂਸਰੀ ਗੱਲ ਇਹ ਆ, ਮਰਨ ਲਿਖਾਏ ਮੰਡਲ ਮੇ ਆਏ। ਪਹਿਲਾਂ ਜਿਹੜਾ ਮਰਨਾ ਲਿਖਿਆ ਜਾਂਦਾ ਆ, ਫਿਰ ਜਿਹੜਾ ਆ ਉਹਦੀ ਜ਼ਿੰਦਗੀ ਦੇ ਜਿਹੜਾ ਉਹ ਦੱਸਿਆ ਜਾਂਦਾ, ਲੇਖਾ ਜੋਖਾ ਦੱਸਿਆ ਜਾਂਦਾ ਜੀ। ਤੇ ਤੀਸਰੀ ਗੱਲ ਇਹ ਵੀ ਮੈਂ ਕਹਿਣਾ ਚਾਹੁੰਦਾ, ਹਮ ਆਦਮੀ ਹਾਂ ਇੱਕਦਮੀ, ਪਰ ਅਸੀਂ ਇਸ ਜ਼ਿੰਦਗੀ ਨੂੰ ਜਿਹੜਾ ਆ ਉਹ ਸੱਚ ਮੰਨ ਲਿਆ ਆ। ਸਾਨੂੰ ਇਹ ਨਹੀਂ ਪਤਾ ਕਿ ਹੁਣ ਜਿਹੜਾ ਸਾਨੂੰ ਸਾਹ ਆ ਗਿਆ ਤੇ ਸਾਨੂੰ ਖਿੱਚਣ ਦੀ ਜਿਹੜੀ ਆਗਿਆ ਹੋਏਗੀ ਕਿ ਨਹੀਂ ਹੋਏਗੀ, ਬਿਲਕੁਲ, ਜਾਂ ਅਸੀਂ ਜਿਹੜਾ ਸਾਹ ਖਿੱਚ ਲਿਆ ਸਾਨੂੰ ਬਾਹਰ ਕੱਢਣ ਦੀ ਜਿਹੜੀ ਆ ਉਹ ਆਗਿਆ ਹੋਏਗੀ ਕਿ ਨਹੀਂ ਹੋਏ। ਇਸ ਕਰਕੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਲ ਨਾ ਜਾਣਾ, ਸਾਨੂੰ ਬਿਲਕੁਲ ਵੀ ਨਹੀਂ ਪਤਾ ਇਸ ਬਾਰੇ। ਸੋ ਇਸ ਕਰਕੇ ਜਿਹੜੀ ਕਿਤਾਬ ਨੂੰ ਪੜ੍ਹਨ ਵਾਲੀ ਗੱਲ ਆ ਉਹ ਤਾਂ ਬਹੁਤ ਦੂਰ ਹੈ ਜੇ ਅਸੀਂ ਗੁਰਬਾਣੀ ਦੇ ਨਕਸ਼ੇ ਕਦਮਾਂ ਦੇ ਉੱਤੇ ਇਸ ਨੂੰ ਵਿਚਾਰ ਕੇ ਦੇਖੀਏ। ਸਾਡੇ ਕੋਲ ਇੱਕ ਸੈਕਿੰਡ ਦਾ ਵੀ ਜਿਹੜਾ ਆ ਉਹ ਸਮਾਂ ਨਹੀਂ ਹੈਗਾ ਕਿ ਅਸੀਂ ਅੱਗੇ ਦੀ ਸੋਚ ਸਕੀਏ, ਪਰ ਇਹ ਵੀ ਨਹੀਂ ਹੈ ਕਿ ਅਸੀਂ ਅੱਗੇ ਦੀ ਸੋਚੇ ਬਿਨਾਂ ਹੀ ਅਸੀਂ ਜ਼ਿੰਦਗੀ ਨੂੰ ਕੱਢਣਾ। ਅੱਗੇ ਦੀ ਸਾਨੂੰ ਇਸ ਤਰ੍ਹਾਂ ਸੋਚਣੀ ਚਾਹੀਦੀ ਆ ਕਿ ਜੇ ਪ੍ਰਮਾਤਮਾ ਨੇ ਸਾਨੂੰ ਸਵਾਸ ਬਖਸ਼ੇ ਨੇ, ਅਸੀਂ ਜਿਹੜਾ ਆ ਵਧੀਆ ਜਿਹੜਾ ਆ ਪਰਮਾਤਮਾ ਦਾ ਚਿੰਤਨ ਕਰੀਏ, ਸੇਵਾ ਸੰਭਾਲ ਦੇ ਵਿੱਚ ਕਰੀਏ, ਕਿਸੇ ਦੇ ਰਾਹ ਦਾ ਜਿਹੜਾ ਆ ਰੋੜਾ ਨਾ ਬਣੀਏ, ਜਾਂ ਜਿਹੜੀ ਆ ਅਸੀਂ ਅਟਕ ਨਾ ਬਣੀਏ। ਸਾਨੂੰ ਇਸ ਤਰ੍ਹਾਂ ਦਾ ਜਿਹੜਾ ਆ ਉਹ ਜ਼ਿੰਦਗੀ ਦਾ ਜਿਹੜਾ ਆ ਦੌਰ ਸਾਨੂੰ ਕੱਟਣਾ ਚਾਹੀਦਾ ਆ। ਤੇ ਇਸੇ ਤਰ੍ਹਾਂ ਜਿਹੜਾ ਆ ਤਿੰਨੇ ਜਿਹੜਾ ਆ ਭਗਤ ਸਿੰਘ ਨੂੰ, ਰਾਜਗੁਰੂ ਤੇ ਸੁਖਦੇਵ ਨੂੰ ਜਿਹੜਾ ਆ ਫਾਂਸੀ ਦੇ ਤਖਤੇ ਤੇ ਚੜਾ ਦਿੱਤਾ ਜਾਂਦਾ ਆ। ਤੇ ਅੱਜ ਦੇ ਦਿਨ ਹੀ ਉਹਨਾਂ ਦੀ ਜਿਹੜੀ ਸ਼ਹਾਦਤ ਨੂੰ ਸਭ ਨੇ ਜਿਹੜਾ ਆ ਕੋਟ ਜਿਹੜੀਆਂ ਉਹ ਪ੍ਰਣਾਮ ਕਿਹਾ ਹੋਇਆ, ਤੇ ਅੱਜ ਦੇ ਦਿਨ ਹੀ ਉਹਨਾਂ ਨੂੰ ਜਿਹੜਾ ਆ ਯਾਦ ਕੀਤਾ ਜਾਂਦਾ ਹੈ। ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਮੇਰੇ ਨਾਲ ਮੇਰੇ ਸਾਥੀ ਨੇ ਰੂਹੀ ਗਰੋਵਰ ਜੀ, ਤੇ ਅਸੀਂ ਜਿਹੜਾ ਆ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ। ਤੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੇ ਆਓ ਅਸੀਂ ਹੁਣ ਗੱਲਬਾਤ ਕਰਦੇ ਹਾਂ ਸਾਡੇ ਅਗਲੇ ਪ੍ਰੋਗਰਾਮ ਬਾਰੇ। ਜੋ ਸਾਡਾ ਅਗਲਾ ਪ੍ਰੋਗਰਾਮ ਹੈ ਉਹ ਹੈ ਅਖਬਾਰ ਹਾਜ਼ਰ ਹੈ। ਲੇਕਿਨ ਉਸ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਜਿਹੜੇ ਸਾਡੇ ਦਰਸ਼ਕ ਹੁਣ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ ਜੀ। ਬਿਲਕੁਲ ਜੀ। ਤੇ ਲਗਾਤਾਰ ਅਸੀਂ ਗੱਲਬਾਤ ਜਿਹੜੀ ਆ ਹੁਣ 15 ਤੋਂ 20 ਮਿੰਟ ਤੱਕ ਜਾਰੀ ਰੱਖਾਂਗੇ। ਜਿਹੜੇ ਸਾਡੇ ਸਰੋਤੇ ਨੇ, ਸਾਡੇ ਦਰਸ਼ਕ ਨੇ, ਸਾਡੇ ਨਾਲ ਸਾਂਝ ਕਰਨੀ ਚਾਹੁੰਦੇ ਨੇ ਤੇ ਉਹ ਜਿਹੜੇ ਨੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸਾਡੇ ਨਾਲ ਜਿਹੜਾ ਜੁੜ ਸਕਦੇ ਨੇ। ਤੇ ਆਓ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਤੇ ਸਭ ਤੋਂ ਪਹਿਲਾਂ ਵੱਡੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਭ੍ਰਸ਼ਟਾਚਾਰ ਨੂੰ ਰੋਕਣ ਲਈ ਭਗਵੰਤ ਮਾਨ ਜੀ ਦਾ ਵੱਡਾ ਬਿਆਨ ਆਇਆ ਸੀ। ਉਹਨਾਂ ਨੇ ਜਿਹੜਾ ਆ 23 ਮਾਰਚ ਨੂੰ ਯਾਨੀ ਕਿ ਭਗਤ ਸਿੰਘ ਦੀ ਸ਼ਹੀਦੀ ਜਿਹੜਾ ਆ ਸ਼ਹੀਦੀ ਦਿਹਾੜੇ ਵਾਲੇ ਦਿਨ ਜਿਹੜਾ ਆ ਇੱਕ ਨੰਬਰ ਹੈਲਪਲਾਈਨ ਜਾਰੀ ਕਰਨਾ ਸੀ, ਉਹ ਉਹਨਾਂ ਨੇ ਜਾਰੀ ਕਰ ਦਿੱਤਾ ਆ। ਜਿਹੜਾ ਨੰਬਰ ਹੈਗਾ ਆ 95 012 00 200 95 012 00 200 ਤੇ ਕਾਲਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ। ਬਿਲਕੁਲ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ ਬੀਬਾ ਗਰੋਵਰ ਜੀ, ਤੁਹਾਨੂੰ ਤੇ ਗਗਨਦੀਪ ਸਿੰਘ ਜੀ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਸਾਰੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਹੁਤ ਬਹੁਤ ਸਵਾਗਤ ਹੈ ਆਪਦਾ ਜੀ। ਬਹੁਤ ਧੰਨਵਾਦ ਬੀਬਾ ਗਰੋਵਰ ਜੀ। ਅੱਜ ਤੁਸੀਂ ਭਗਤ ਸ਼ਹੀਦ ਸਿੰਘ ਦਾ ਉਹਨਾਂ ਦੀ ਸ਼ਹੀਦੀ ਬਾਰੇ ਗੱਲਬਾਤ ਕਰ ਰਹੇ ਹੋ। ਗਗਨਦੀਪ ਸਿੰਘ ਜੀ, ਇਤਿਹਾਸ ਤਾਂ ਬਹੁਤ ਲੰਮੇਰਾ ਹੈ, ਬੜਾ ਸਮਾਂ ਚਾਹੀਦਾ, ਭਾਵੇਂ ਸਾਰਾ ਦਿਨ ਲੱਗ ਜਾਏ, ਪਰ ਆਪਾਂ ਸਿਰਫ ਸ਼ਮੂਲੀਅਤ ਕਰਨੀ ਆ। ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ ਸ਼ਹੀਦਾਂ ਨੂੰ। ਤੁਸੀਂ ਗੱਲ ਇਹ ਬਿਲਕੁਲ ਠੀਕ ਕਹੀ ਆ। ਤੁਸੀਂ ਗੱਲ ਗਗਨਦੀਪ ਸਿੰਘ ਜੀ ਬਿਲਕੁਲ ਠੀਕ ਕਹੀ ਆ ਵੀ ਜਿਹੜਾ ਬੰਦਾ ਹਰ ਇੱਕ ਕਿਸੇ ਨੂੰ ਨਹੀਂ ਪਤਾ ਵੀ ਉਸਨੇ ਇਸ ਦੁਨੀਆ ਨੂੰ ਕਿਵੇਂ ਛੱਡਣਾ ਤੇ ਕਦੋਂ ਛੱਡਣਾ। ਬਿਲਕੁਲ ਜੀ, ਬਿਲਕੁਲ ਕਿਸੇ ਨੂੰ ਨਹੀਂ ਪਤਾ, ਕਿਉਂਕਿ ਇਹ ਦੋ ਚੀਜ਼ਾਂ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ। ਜੰਮਣ ਮਰਨ ਹੁਕਮ ਹੈ, ਭਾਣੇ ਆਵੇ ਜਾਏ। ਬਿਲਕੁਲ ਜੀ। ਜੰਮਣਾ ਤੇ ਮਰਨਾ ਉਸ ਪਰਮਾਤਮਾ ਦੇ ਹੱਥ ਵਿੱਚ ਕਿਸੇ ਨਹੀਂ ਪਤਾ। ਹਾਲਾਂਕਿ ਸਾਨੂੰ ਇਹ ਜ਼ਰੂਰ ਪਤਾ ਹੈ
ਜੇ ਇਹ ਜ਼ਰੂਰ ਪਤਾ ਹੈ ਸਾਰਿਆਂ ਨੂੰ ਕਿ ਜੋ ਜੰਮਦਾ ਹੈ ਉਹ ਮਰਦਾ ਹੈ, ਜੋ ਉਪਜਦਾ ਹੈ ਉਹ ਬਿਨਸਦਾ ਹੈ, ਜੋ ਬਣਦਾ ਹੈ ਉਹ ਟੁੱਟਦਾ ਹੈ, ਜੋ ਸ਼ਹੀਦ ਹੈ ਉਹ ਅਮਰ ਹੋ ਜਾਂਦਾ ਹੈ। ਇੰਨਾ ਜ਼ਰੂਰ ਪਤਾ ਸਾਨੂੰ। ਬਿਲਕੁਲ ਜੀ, ਇਹ ਪਤਾ ਸਾਨੂੰ। ਇਸ ਕਰਕੇ ਸ਼ਹੀਦਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕਿ ਕੋਈ ਸ਼ਹੀਦ ਜਿਹੜੇ ਹੁੰਦੇ ਨੇ ਉਹ ਕੌਮਾਂ ਦਾ ਨੀਂਹ ਪੱਥਰ ਉਹੀ ਰੱਖ ਕੇ ਜਾਂਦੇ ਨੇ। ਬਿਲਕੁਲ ਜੀ। ਤਾਂ ਹੀ ਬੀਬਾ ਗਰੋਵਰ ਜੀ ਤੋਂ ਮੈਂ ਸੁਣਿਆ, ਤੁਹਾਨੂੰ ਵੀ ਪਤਾ, ਤੁਹਾਨੂੰ ਕਾਫੀ ਤਜਰਬਾ ਦੋਨਾਂ ਨੂੰ ਗੁਰਬਾਣੀ ਦਾ ਵੀ। ਤੇ ਇੱਕ ਸ਼ਾਇਰ ਕਹਿੰਦਾ शहीद की जो मौत है वो कौम की हयात है, शहीद की जो मौत है वो कौम की हयात है, हयात तो हयात है, मौत भी हयात है। तो इस करके उन्होंने याद करीदा क्योंकि जिन्हों का इश्क सादक है वो कब फरियाद करते हैं। फरियाद तो असी साडे वर्गे करते ने, फरियाद शिकायत तां जिन्हों का इश्क सादगा है वो कब फरियाद करते हैं, लबों पे मोरे खमीशी दिलों में याद करते हैं। बिल्कुल जी बिल्कुल। ਉਹ ਦਿਲਾਂ 'ਚ ਯਾਦ ਕਰਦੇ ਨੇ। ਤਾਂ ਹੀ ਇੱਕ ਸ਼ਾਇਰ ਫਿਰ ਕਹਿੰਦਾ ਓਏ ਮਕਸਦ ਜ਼ਿੰਦਗੀ ਨਾ ਖੋ, मकसद जिंदगी ना खो, यूं ही उम्र गुजार कर, की कर फिर अकल को होश से जगा, होश को होशियार कर। अकल ना सारा काम कर, ਉਹ ਕਰਨਾ ਪੈਣਾ, ਇਹ ਤੁਹਾਨੂੰ ਲੈਣਾ ਪੈਣਾ। ਕੋਈ ਪਰੋਸ ਕੇ ਨਹੀਂ ਦਿੰਦਾ ਕਦੇ ਵੀ ਕੋਈ ਆਜ਼ਾਦੀ, ਪਰ ਇਹ ਬੜੇ ਦੁੱਖ ਵਾਲੀ ਗੱਲ ਆ। ਕਹਿਣਾ ਪੈਂਦਾ, ਸੱਚ ਬੋਲਣਾ ਪੈਂਦਾ, ਤੇ ਆਪਣਿਆਂ ਦੇ ਖਿਲਾਫ ਹੋ ਜਾਂਦੇ ਨੇ। ਬਿਲਕੁਲ ਜੀ ਬਿਲਕੁਲ। ਔਰ ਸਾਡਾ ਇਤਿਹਾਸ ਆਪਣੇ ਗਗਨਦੀਪ ਸਿੰਘ ਜੀ ਭਰਿਆ ਪਿਆ ਆਪਣਿਆਂ ਨੂੰ। ਦੇਖੋ ਕੀ ਕੁਝ ਕਹਿੰਦੇ ਰਹੇ। ਕਲਗੀਧਰ ਪਾਤਸ਼ਾਹ ਨੂੰ ਨਹੀਂ ਬਖਸ਼ਿਆ, ਕਹਿੰਦੇ ਇਹ ਤੇ ਭੁਲੱਕੜ ਦੇਸ਼ ਭਗਤ ਹੈ। ਕੋਈ ਕਹਿੰਦਾ ਸੀ ਇਹ ਕੌਮ ਕਿੱਦਾਂ ਦੀ ਹੈ, ਦਹਿਸ਼ਤਗਰਦ ਕੌਮ ਹੈ। ਕਿੱਦਾਂ ਦੇ ਇਲਜ਼ਾਮ ਲੱਗੇ ਨੇ। ਇਤਿਹਾਸ ਕੋਲੋਂ ਨਹੀਂ ਮੈਂ ਕਹਿ ਰਿਹਾ, ਨਾ ਤੁਸੀਂ ਕਹਿ ਰਹੇ ਦੋਨੋਂ ਜਣੇ, ਲੇਕਿਨ ਇਤਿਹਾਸ ਹੈ, ਇਤਿਹਾਸ ਨੂੰ ਕੋਈ ਮਿਟਾ ਨਹੀਂ ਸਕਦਾ। ਬਿਲਕੁਲ ਜੀ। ਇਸੇ ਕਰਕੇ ਅਸੀਂ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਤੁਹਾਡੇ ਵਿੱਚ ਥੋੜੀ ਜਿਹੀ ਸਕਿੰਟ ਲੈਣੇ ਨੇ ਵੀ ਕੁਰਬਾਨੀ ਦੇ ਨਸ਼ੇ ਨਾਲ ਜਿਹੜੇ ਨਸ਼ਿਆਏ ਹੁੰਦੇ, ਕੁਰਬਾਨੀ ਦੇ ਨਸ਼ੇ ਨਾਲ ਜਿਹੜੇ ਨਸ਼ਿਆਏ ਹੁੰਦੇ, ਇਨਕਲਾਬ ਨਾਲ ਉਹਨਾਂ ਦਾ ਮੋਹ ਹੁੰਦਾ। ਓਏ ਮੰਜ਼ਿਲ ਪਾਉਣ ਲਈ ਸਦਾ ਰਹਿਣ ਤਤਪਰ, ਇਰਾਦਾ ਉਹਨਾਂ ਦਾ ਸਰਬ ਲੋਹ ਹੁੰਦਾ। ਅੰਦਰੋਂ ਲੋਹੇ ਵਰਗੇ ਹੁੰਦੇ ਨੇ ਉਹ। ਬਿਲਕੁਲ ਜੀ। ਕੁਰਬਾਨੀ ਦੇ ਨਸ਼ੇ ਨਾਲ ਜਿਹੜੇ ਨਸ਼ਿਆਏ ਹੁੰਦੇ, ਇਨਕਲਾਬ ਨਾਲ ਉਹਨਾਂ ਦਾ ਮੋਹ ਹੁੰਦਾ। ਓਏ ਮੰਜ਼ਿਲ ਪਾਉਣ ਲਈ ਸਦਾ ਰਹਿਣ ਤਤਪਰ, ਇਰਾਦਾ ਉਹਨਾਂ ਦਾ ਸਰਬ ਲੋਹ ਹੁੰਦਾ। ਓਏ ਜਿਹੜੇ ਇਸ਼ਕ ਹਕੀਕੀ ਦੇ ਸੱਚੇ ਹੋਣ ਆਸ਼ਿਕ, ਜਿਹੜੇ ਇਸ਼ਕ ਹਕੀਕੀ ਦੇ ਸੱਚੇ ਹੋਣ ਆਸ਼ਿਕ, ਇਨਸਾਨੀਅਤ ਨਾਲ ਉਹਨਾਂ ਦਾ ਪਿਆਰ ਹੁੰਦਾ। ਓਏ ਖੁਦ ਗਰਜ਼ੀ ਉਹਨਾਂ ਤੋਂ ਕੋਹਾਂ ਦੂਰ ਰਹਿੰਦੀ, ਉੱਚਾ ਉਹਨਾਂ ਦਾ ਬੜਾ ਕਿਰਦਾਰ ਹੁੰਦਾ। ਯਾਰੋ ਉੱਚਾ ਉਹਨਾਂ ਦਾ ਬੜਾ ਕਿਰਦਾਰ ਹੁੰਦਾ। ਬਿਲਕੁਲ ਜੀ ਭੋਗਲ ਸਾਹਿਬ। ਬਈ ਸੁਖਦੇਵ ਰਾਜਗੁਰੂ ਅਤੇ ਭਗਤ ਸਿੰਘ ਜੀ ਨੇ, ਆਖਰੀ ਦੋ ਲਾਈਨਾਂ ਨੇ ਗਗਨਦੀਪ ਸਿੰਘ ਜੀ, ਸੁਖਦੇਵ ਰਾਜਗੁਰੂ ਅਤੇ ਭਗਤ ਸਿੰਘ ਜੀ ਨੇ ਅੰਗਰੇਜ਼ ਸਮਰਾਟ ਦਾ ਅੰਦਰ ਹਿਲਾ ਦਿੱਤਾ। ਓਏ ਅਸੈਂਬਲੀ ਅੰਦਰ ਸ਼ੇਰਾਂ ਬੰਬ ਸੁੱਟ ਕੇ ਆਜ਼ਾਦੀ ਲੈਣ ਦਾ ਬਿਗਲ ਵਜਾ ਦਿੱਤਾ। ਬਿਲਕੁਲ ਜੀ ਬਿਲਕੁਲ। ਸੁਖਦੇਵ ਰਾਜਗੁਰੂ ਅਤੇ ਭਗਤ ਸਿੰਘ ਜੀ ਨੇ ਅੰਗਰੇਜ਼ ਸਮਰਾਟ ਦਾ ਅੰਦਰ ਹਿਲਾ ਦਿੱਤਾ। ਅਸੈਂਬਲੀ ਅੰਦਰ ਸ਼ੇਰਾਂ ਬੰਬ ਸੁੱਟ ਕੇ ਆਜ਼ਾਦੀ ਲੈਣ ਦਾ ਬਿਗਲ ਵਜਾ ਦਿੱਤਾ। ਬਈ ਅਖੌਤੀ ਆਪਣਿਆਂ ਓਪਰਿਆਂ ਨਾਲ ਮਿਲ ਕੇ, ਅਖੌਤੀ ਆਪਣਿਆਂ ਓਪਰਿਆਂ ਨਾਲ ਮਿਲ ਕੇ ਅਣਖੀ ਸ਼ੇਰਾਂ ਨੂੰ ਫਾਂਸੀ ਲਗਵਾ ਦਿੱਤਾ। ਓਏ ਫੁੱਲ ਸ਼ਰਧਾ ਦੇ ਭੇਟ ਕਰੇ ਭੋਗਲ, ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਓਏ ਫੁੱਲ ਸ਼ਰਧਾ ਦੇ ਭੇਟ ਕਰੇ ਭੋਗਲ, ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਯਾਰੋ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਬੀਬਾ ਗਰੋਵਰ ਜੀ, ਆਪਾਂ ਗਗਨਦੀਪ ਸਿੰਘ ਜੀ, ਇਹ ਸੱਚ ਹੈ ਚਿੱਟੇ ਦਿਨ ਵਰਗਾ। ਜਿਹੜੇ ਸ਼ਹੀਦ ਹੁੰਦੇ ਨੇ ਬਾਹਰੋਂ ਭਾਵੇਂ ਨਰਮ ਲੱਗਣ, ਪਰ ਅੰਦਰੋਂ ਉਹ ਲੋਹੇ ਵਰਗੇ, ਸਰਬ ਲੋਹ ਵਰਗੇ ਹੁੰਦੇ ਨੇ। ਉਹਨਾਂ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾਇਆ ਔਰ ਇਤਿਹਾਸ ਬਣਾਇਆ। ਅੱਜ ਕਹਿਣ ਨੂੰ ਬੜਾ ਕੁਝ ਲੋਕ ਕਹਿੰਦੇ ਨੇ, ਪਰ ਕਹਿਣੀ ਤੇ ਕਰਨੀ ਵਿੱਚ ਬੜਾ ਫਰਕ ਹੁੰਦਾ। ਇਹ ਆਪਾਂ ਸਾਰੇ ਜਾਣਦੇ ਆ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਤੇ ਇਸ ਦੇ ਨਾਲ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ ਜੀ, ਜਿਹੜਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਜਿਹੜਾ ਆ ਸ਼ਹੀਦਾਂ ਨੂੰ ਜਿਹੜੀ ਆ ਸ਼ਰਧਾਂਜਲੀ ਜਿਹੜੀ ਆ ਭੇਟ ਕੀਤੀ ਆ। ਤੇ ਆਓ ਅਸੀਂ ਹੁਣ ਗੱਲ ਕਰ ਰਹੇ ਸੀਗੇ ਭਗਵੰਤ ਮਾਨ ਜੀ ਨੇ ਜਿਹੜਾ ਆ 23 ਤਰੀਕ ਨੂੰ ਜਿਹੜਾ ਆ ਇੱਕ ਭ੍ਰਿਸ਼ਟਾਚਾਰ ਪ੍ਰਤੀ ਜਿਹੜਾ ਆ ਉਹ ਇੱਕ ਨੰਬਰ ਜਾਰੀ ਕਰਨਾ ਸੀ। ਇਸ ਉੱਤੇ ਵੌਇਸ ਕਾਲ, ਵੀਡੀਓ ਜਾਂ ਫੋਟੋ ਵੀ ਤੁਸੀਂ ਖਿੱਚ ਕੇ ਪਾ ਸਕਦੇ ਹੋ। ਤੇ ਉਹ ਨੰਬਰ ਹੈਗਾ ਆ 95,012, ਉਸ ਤੋਂ ਬਾਅਦ ਚੋਂ 00200, ਦੁਬਾਰਾ ਫਿਰ 95,012,00200।
ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। गुड मॉर्निंग, मेरा नाम सुंदर दादरा, मैं ग्रीन फोटो बोल रहा हूँ ਜੀ ਬਹੁਤ ਸਵਾਗਤ ਜੀ। भगत सिंह ना रखिया ना, ये 14 कदम रखिया सी। ये तिन्ने हिंदू सीगे ते पटियाले तो लॉ पास होंदे सी, जिले विच जाके धर्म लीडरां नूं एक्सीक्यूट कीता जांदा सी। ਜਿਹੜੇ ਦੂਜੇ ਸੀਗੇ ਉਹਨਾਂ ਲਾਹੌਰ ਲੈ ਜਾਂਦੇ ਸੀ। ਇਹ ਸੀਗਾ ਲਾਅ ਇੰਡੀਆ ਦਾ। PPP, ਪੂਅਰ ਪੀਪਲ ਪਾਰਕਿੰਸਨ, ਅਵਾਮ ਦਾ ਸ਼ੇਖ ਪੁੱਤਰ ਦਾ ਕੇਸ ਉਹ ਲਾਹੌਰ ਲੈ ਜਾਂਦੇ ਸੀ। ਤੇ ਸਾਰੀ ਮਿਕਸ ਕਰਦਾ, ਸਾਨੂੰ ਕਨਫਿਊਜ਼ ਕਰਦਾ। ਹਿਸਟਰੀ ਜਿਹੜੀ ਆ ਪੰਡਤ ਪ੍ਰੋਫਿਟ ਤੇ ਸ਼ਰਮਾ, ਮੈਨੂੰ ਹੁਣ ਗੱਲ ਕਰਨ ਦੀ ਸ਼ਰਮ ਹੁੰਦੀ ਆ, ਮੈਂ ਤੁਹਾਨੂੰ ਕਿਸ ਤਰ੍ਹਾਂ ਸਮਝਾਵਾਂ ਇਸ ਗੱਲ ਨੂੰ। ਹਿਸਟਰੀ ਜਿਹੜੀ ਆ ਇਹ ਪੜ੍ਹੇ ਲਿਖੇ ਲੋਕਾਂ ਨੇ ਕੀ ਆ, ਉਹਨੂੰ ਕਹਿੰਦੇ ਗੁਰੂ ਮਾਸਟਰ ਟੇਕਿੰਗ ਅਸ ਫਰਮ ਡਾਰਕਨੈਸ ਟੂ ਲਾਈਟ। ਜਿਹੜਾ ਸਤਿਗੁਰੂ ਹੈਗਾ ਉਹ ਕੁੱਲ ਮਾਲਿਕ ਆ। ਜਿਹੜੇ ਹਰੇ ਰਾਮਾ ਹਰੇ ਕ੍ਰਿਸ਼ਨ ਵਾਲੇ ਹੈਗੇ ਇਹ ਵੀ ਸਿਆਰੇ ਹੈਗੇ ਆ, ਦੇ ਡਾਇਮੰਡ ਸੈਲਰ। ਬ੍ਰਹਮਾ ਕੁਮਾਰੀ ਦਾ ਇਹ ਵੀ ਡਾਇਮੰਡ ਸੈਲਰ ਦਾ। ਤੇ ਮੈਂ ਵੀ ਸੁਨਿਆਰਾ ਹੈਗਾ, ਪਰ ਮੈਂ ਨਹੀਂ ਕਰਦਾ ਦਨੇ ਕੰਮ। ਆਈ ਟਾਕ ਸਟ੍ਰੇਟ ਔਨ ਦ ਸਟੇਜ। ਜਿਹੜੇ ਕਹਿੰਦੇ ਰਾਸ ਇਟਸ ਲਾਈਕ ਅ ਬਰਡ ਸਿੰਗਿੰਗ। ਇਟਸ ਨਾਟ, ਹੀ ਸੇਡ ਸੰਤ ਮਤ ਸਾਇੰਸ ਆਫ ਦ ਸੋਲ, ਦ ਲੈਬ ਇਜ਼ ਵਿਦ ਇਨ ਅਸ। ਉਹਦੇ ਬੰਬ ਮਾਰਦੇ ਆ, ਇਹ ਕੀ ਕਰਦੇ ਆ, ਇਹ ਪ੍ਰੋਪਰਲੀ ਟ੍ਰੇਨ ਕੀਤੇ ਜਾਂਦੇ 40-45 ਸਾਲ ਤੋਂ ਸਾਰੀ ਉਮਰ। when they are called they will implement that thing। ਠੀਕ ਹੈ ਜੀ ਸਰ, ਠੀਕ ਹੈ ਜੀ। ਸਿੰਪਲ ਗੱਲ ਆ, ਜਿਵੇਂ ਸੋਚੇ ਬ੍ਰੇਨ ਵਾਸ਼ ਕੀਤੇ ਹੈਗੇ ਆ। ਇਹ ਧਾਰਮਿਕ ਸਥਾਨ ਤੇ ਜਾ ਕੇ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਅੰਦਰ ਬੈਠ ਕੇ ਚੁੱਪ ਕਰ ਕੰਮ ਕਰੋ ਤੇ ਸਿਰ ਔਨੈਸਟ ਰਹੋ ਇੱਕ ਦੂਸਰੇ ਨਾਲ। ਠੀਕ ਹੈ ਜੀ, ਬਾਹਰੋਂ ਜਦੋਂ ਠੀਕ ਦੇਖਦੇ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਪਾਏ ਆ ਕੀ ਹੈਗਾ, ਜਸਟ ਮੀਨਿੰਗਲੈਸ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਅਸੀਂ ਗੱਲ ਕਰ ਰਹੇ ਸੀਗੇ ਨੰਬਰ ਦੀ, ਤੇ ਉਹ ਤੁਹਾਨੂੰ ਜਿਹੜਾ ਆ ਉਹ ਜਾਰੀ ਕਰ ਦਿੱਤਾ। ਜੇ ਕੋਈ ਤੁਹਾਨੂੰ ਕਿਸੇ ਵੀ ਰਿਸ਼ਵਤ ਲੈਣ ਸੰਬੰਧੀ ਪ੍ਰੇਰਿਤ ਕਰਦਾ ਆ ਜਾਂ ਲੈਂਦਾ ਆ, ਤੁਸੀਂ ਵੀਡੀਓ ਜਾਂ ਉਸ ਦਾ ਰਿਕਾਰਡਿੰਗ ਜਾਂ ਜਿਹੜਾ ਆ ਰਿਕਾਰਡਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਫੋਟੋ ਖਿੱਚ ਕੇ ਜਿਹੜੀ ਆ ਇਸ ਨੰਬਰ ਤੇ ਤੁਸੀਂ ਪੋਸਟ ਕਰ ਸਕਦੇ ਹੋ ਤੇ ਉਸ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ। ਤੇ ਆਓ ਅਸੀਂ ਮਾਰਦੇ ਹੁਣ ਝਾਤ ਕੁਝ ਸੁਰਖੀਆਂ ਤੇ ਉਸ ਤੋਂ ਬਾਅਦ ਜਿਹੜਾ ਖਬਰਾਂ ਨੂੰ ਪੜਾਂਗੇ ਵਿਸਤਾਰ ਦੇ ਨਾਲ। ਕਾਲਜ ਨਾਲ ਜੁੜਨਾ ਚਾਹੁੰਦੇ ਨੇ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹਾਂਜੀ, ਰੋਹਿਤ ਤੇ ਗਗਨਦੀਪ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹਾਦਰ ਸਿੰਘ ਬੋਲਦਾ ਜੀ। ਮੈਂ ਬਹੁਤ ਛੇਤੀ ਕਰਨੀ ਹੈ ਗੱਲ। ਤੇ ਇੱਕ ਤੱਕ ਨਾ ਕਹਿਣਾ ਵੀ ਜਿਹੜਾ ਕਿ ਆਪਣੇ ਰੰਧਾਵਾ ਸਾਹਿਬ ਤੇ ਗਿੱਲ ਸਾਹਿਬ ਵੀ ਆਪਣੇ ਕਵੀ ਆ ਭੋਗਲ ਨਾਲ, ਉਹ ਕਦੇ ਆਏ ਨਹੀਂ, ਉਹਨਾਂ ਨੂੰ ਆਇਆ ਕਰੋ ਬਈ, ਕਿਉਂਕਿ ਉਹਨਾਂ ਦੀ ਵੀ ਬਹੁਤ ਵਧੀਆ ਇਹੋ ਜਿਹੀਆਂ ਗੱਲਾਂ ਹੁੰਦਾ। ਅੱਜ ਜਿਹੜਾ ਕਿ ਨਾ ਭਾਈ ਆ ਜਿਹੜਾ ਹੁਣ ਕਹਿ ਕੇ ਗਿਆ, ਇਹ ਥੋੜਾ ਜਿਹਾ ਗਲਤ ਇਨਫੋਰਮੇਸ਼ਨ ਦੇ ਗਿਆ। ਭਗਤ ਸਿੰਘ ਹਿੰਦੂ ਨਹੀਂ ਸੀਗਾ, ਉਹ ਸਿੱਖ ਸੀਗਾ। ਉਹ ਤਾਂ ਆਪਾਂ ਨੂੰ ਸਾਰੀ ਹਿਸਟਰੀ ਪਤਾ ਹੈ ਕਿ ਵੀ ਉਹਨਾਂ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਰੰਧਾਵਾ ਸਾਹਿਬ ਗੱਲ ਕਰਨ ਦੀ ਜਿਹੜੀ ਆ ਉਹ ਅਸੀਂ ਜਿਹੜਾ ਆ ਕਹਿੰਦੇ ਆ ਵੀ ਕੀ ਰੱਖ ਸਕਦੇ ਨੇ, ਪਰ ਹਰੇਕ ਨੂੰ ਜਿਹੜਾ ਆ ਸੋਚ ਕੇ ਤੋਲ ਕੇ ਬੋਲਣਾ ਚਾਹੀਦਾ ਆ। ਚਲੋ ਜੇ ਕੋਈ ਹਾਂਜੀ ਹਰੇਕ ਦੀ ਆਪਣੀ ਆਪਣੀ ਸੋਚ ਹੈ, ਹਰੇਕ ਕੋਈ ਜਿਹੜਾ ਆ ਆਪਣੇ ਜਿਹੜੇ ਆ ਇੱਥੇ ਵਿਚਾਰ ਰੱਖ ਸਕਦਾ ਆ, ਹਰੇਕ ਨੂੰ ਗੱਲ ਕਹਿੰਦਾ। ਹਾਂਜੀ, ਤੇ ਅਸੀਂ ਇਹੀ ਬੇਨਤੀ ਕਰਾਂਗੇ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਕਿਸੇ ਨੂੰ ਵੀ ਜਿਹੜਾ ਟਾਰਗੇਟ ਕਰਕੇ ਜਿਹੜਾ ਨਹੀਂ ਉਲੀਕਿਆ ਜਾਂਦਾ ਤੇ ਅਸੀਂ ਇੱਕ ਵਧੀਆ ਮੈਸੇਜ ਦਈਏ। ਤੇ ਦੂਸਰੀ ਗੱਲ, ਹਾਂਜੀ ਰੰਧਾਵਾ ਸਾਹਿਬ ਦੀ ਗੱਲ ਅਸੀਂ ਤੁਸੀਂ ਗੱਲ ਕਰ ਰਹੇ ਸੀ, ਰੱਖੋ ਕਿਉਂਕਿ ਆਪਾਂ ਮੀਡੀਆ ਤੇ ਬੋਲ ਰਹੇ ਹਾਂ ਨਾ ਜੀ, ਕਿਉਂਕਿ ਸਾਰਾ ਵਰਲਡ ਸੁਣ ਰਿਹਾ ਹੈ। ਬਿਲਕੁਲ ਜੀ। ਤੇ ਤੁਸੀਂ ਰੰਧਾਵਾ ਸਾਹਿਬ ਦੀ ਹਾਂਜੀ ਤੁਸੀਂ ਰੰਧਾਵਾ ਸਾਹਿਬ ਦੀ ਗੱਲ ਕੀਤੀ ਸੀਗੀ, ਉਹਨਾਂ ਨਾਲ ਜਿਹੜਾ ਸੰਪਰਕ ਸਾਡਾ ਲਗਾਤਾਰ ਜਾਰੀ ਸੀਗਾ। ਉਹਨਾਂ ਨੇ ਸਾਨੂੰ ਕਈ ਕਾਲਸ ਵੀ ਕੀਤੇ। ਕੋਈ ਟੈਕਨੀਕਲ ਪ੍ਰੋਬਲਮ ਹੋ ਸਕਦੀ ਹੈ ਜਿਹੜਾ ਕਰਕੇ ਉਹ ਸਾਡਾ ਸੰਪਰਕ ਦੇ ਵਿੱਚ ਨਹੀਂ ਜਿਹੜੇ ਨੇ, ਉਹ ਅਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਹਿਣਾ ਚਾਹਾਂਗੇ ਕਿ ਜਿਹੜਾ ਆ ਉਹ ਜੇ ਸਾਨੂੰ ਸੁਣਦੇ ਹੋਣ ਤਾਂ ਜਿਹੜਾ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਸ਼ਮੂਲੀਅਤ ਜ਼ਰੂਰ ਕਰਨ। ਤੇ ਬਹੁਤ ਬਹੁਤ ਧੰਨਵਾਦ ਬਹਾਦਰ ਸਿੰਘ ਜੀ ਤੁਹਾਡਾ ਕਿ ਸਾਡੇ ਕੋਲ ਜਿਹੜਾ ਸਮਾਂ ਮੈਂ ਤਾਂ ਰਿਕੁਐਸਟ ਹੀ ਕਰਦਾ, ਕੋਈ ਨਹੀਂ ਆਪਾਂ ਤਾਂ ਆਪਾਂ ਉਹਨਾਂ ਨੂੰ ਕਰ ਰਹੇ ਹਾਂ ਕਿ ਕਈ ਵਾਰ ਕਹਿੰਦਾ ਧਿਆਨ ਨਹੀਂ ਉਹਨਾਂ ਦਾ ਹੁੰਦਾ। ਹਾਂਜੀ, ਬਸ ਮੈਂ ਇੰਨਾ ਕਹਿਣਾ ਬਈ ਆਪਣਾ ਹੈ ਕਿ ਨਾ ਗਾਣਾ ਮਰਤੇ ਰਹਾਂਗੇ ਜਿਉਂਦੇ ਰਹਾਂਗੇ, ਜਿਉਂਦੇ ਰਹਾਂਗੇ ਮਰਤੇ ਰਹਾਂਗੇ, ਹੱਸ ਹੱਸ ਸੋੜੀਆਂ ਚੜ੍ਹਦੇ ਰਹਾਂਗੇ, ਜਦ ਤੱਕ ਦੇਸ਼ ਆਜ਼ਾਦ ਨਹੀਂ ਹੁੰਦਾ। ਉਹਨਾਂ ਨੇ ਭਗਤ ਸਿੰਘ ਤੇ ਜਿਹੜੇ ਉਹਦੇ ਸਾਥੀ ਸੀਗੇ ਉਹਨਾਂ ਨੇ ਇਹ ਨਿਭਾ ਕੇ ਛਡਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੀ ਆ ਖਬਰ ਪਹਿਲੀ ਆ, ਰੂਸ ਨੇ ਯੂਕਰੇਨ ਨੂੰ ਲੈ ਕੇ ਜਾਪਾਨ ਨਾਲ ਸ਼ਾਂਤੀ ਵਾਰਤਾ ਜਿਹੜੀ ਆ ਰੱਦ ਕਰ ਦਿੱਤੀ ਗਈ ਆ। ਰੂਸ ਤੇ ਜਿਹੜੀ ਆ ਯੂਕਰੇਨ ਦੀ ਲੜਾਈ ਨੂੰ ਅੱਜ ਘੱਟੋ ਘੱਟ 26-27 ਜਿਹੜੇ ਨੇ ਉਹ ਲਗਾਤਾਰ ਦਿਨ ਹੋ ਗਏ ਨੇ। ਤੇ ਪੀਐਮ ਮੋਦੀ, ਭਗਵੰਤ ਮਾਨ ਤੇ ਰਾਹੁਲ ਗਾਂਧੀ ਸਣੇ ਕਈ ਸ਼ਖਸੀਅਤਾਂ ਨੇ 23 ਮਾਰਚ ਤੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਟ। ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਭਾਰਤ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ। ਤੇ ਹੁਣ ਨੇਪਾਲ ਤੇ ਚੀਨ ਨਹੀਂ, ਉੱਤਰਾਖੰਡ ਦੇ ਰਸਤੇ ਕੈਲਾਸ਼ ਮਾਨਸਰੋਵਰ ਜਾਣਗੇ ਭਾਰਤੀ ਗਡਕਰੀ। ਨਵੀਂ ਸਰਕਾਰ ਦੇ ਗਠਨ ਕਾਰਨ ਨਹੀਂ ਤਿਆਰ ਹੋ ਸਕੀਆਂ ਬਜਟ।
3 ਮਹੀਨੇ ਦਾ ਖਰਚਾ ਚਲਾਉਣ ਲਈ ਵੋਟ ਆਣ, ਅਕਾਊਂਟ ਪਾਸ। ਤੇ ਡਾਕਟਰ ਬਲਜੀਤ ਕੌਰ ਨੇ ਕੈਬਨਿਟ ਮੰਤਰੀ ਵਜੋਂ ਚਾਰਜ ਸੰਭਾਲਦਿਆਂ ਹੀ ਕੀਤਾ ਵੱਡਾ ਐਲਾਨ। ਪੰਜਾਬ ਨਾਲੋਂ ਹਰਿਆਣਾ ਦੁੱਗਣੇ ਅਪਰਾਧ, ਦੇਸ਼ 'ਚ 16ਵੇਂ ਨੰਬਰ ਤੇ ਸੂਬਾ। ਚੰਡੀਗੜ੍ਹ ਵਿੱਚ ਨਹੀਂ ਲਗਾਇਆ ਜਾ ਸਕਦਾ ਕਿਸੇ ਵੀ ਸ਼ਖਸ ਦਾ ਬੁੱਤ, ਕੰਵਰ ਸੰਧੂ ਨੇ ਕਿਹਾ ਜੀ। ਸੈਨਿਕ ਸਕੂਲ ਦਾ ਨਾਮ ਜਿਹੜਾ ਆ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ, ਅਜਿਹਾ ਜਿਹੜਾ ਆ ਅਨਾਉਂਸਮੈਂਟ ਕੇਜਰੀਵਾਲ ਨੇ ਕੀਤੀ। ਹਾਈ ਕੋਰਟ ਨੇ ਕੀਤਾ ਸਪਸ਼ਟ, ਘਰੇਲੂ ਹਿੰਸਾ ਐਕਟ ਤਹਿਤ ਔਰਤਾਂ ਸਹੁਰੇ ਘਰ 'ਚ ਰਹਿਣ ਦੀਆਂ ਹਨ ਹੱਕਦਾਰ। ਬਿਲਕੁਲ ਜੀ, ਜਿਹੜੀ ਲਗਾਤਾਰ ਖਬਰ ਸਾਹਮਣੇ ਆ ਰਹੀ ਹੈ, ਜਾਪਾਨ ਵੱਲੋਂ ਜਿਹੜੀ ਆ ਮੁੱਦਿਆਂ ਤੇ ਗੱਲਬਾਤ ਜਿਹੜੀ ਕੀਤੀ ਗਈ ਹੈ। ਜਾਪਾਨ ਵੱਲੋਂ ਯੂਕਰੇਨ ਦੇ ਮੁੱਦੇ ਤੇ ਰੂਸ ਤੇ ਲਾਈਆਂ ਗਈਆਂ ਪਾਬੰਦੀਆਂ ਦੇ ਜਵਾਬ 'ਚ ਰੂਸ ਨੇ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੀ ਸ਼ਾਂਤੀ ਸੰਧੀ ਵਾਰਤਾ ਨੂੰ ਮੁਅੱਤਲ ਕਰ ਦਿੱਤਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਰੂਸ ਦੇ ਖਿਲਾਫ ਜਾਪਾਨ ਦੀਆਂ ਪਾਬੰਦੀਆਂ ਦੇ ਜਵਾਬ ਵਿੱਚ ਜਾਪਾਨ ਨਾਲ ਸ਼ਾਂਤੀ ਸੰਧੀ ਦੀ ਗੱਲਬਾਤ ਜਾਰੀ ਨਾ ਰੱਖਣ ਦਾ ਜਿਹੜਾ ਆ ਉਹ ਫੈਸਲਾ ਕੀਤਾ ਹੈ। ਜੀ, ਰੂਸ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਰੂਸ ਨੇ ਜਾਪਾਨ ਨਾਲ ਸ਼ਾਂਤੀ ਸੰਧੀ ਤੇ ਗੱਲਬਾਤ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਤੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਰੂਸੀ ਪੱਖ ਜਾਪਾਨ ਨਾਲ ਸ਼ਾਂਤੀ ਸੰਧੀ ਤੇ ਗੱਲਬਾਤ ਜਾਰੀ ਰੱਖਣ ਦਾ ਇਰਾਦਾ ਨਹੀਂ ਰੱਖਦਾ ਤੇ ਨੋਟ ਕੀਤਾ ਗਿਆ ਹੈ ਕਿ ਫੈਸਲਾ ਇੱਕ ਅਜਿਹੇ ਰਾਜ ਦੇ ਨਾਲ ਦੁਵੱਲੇ ਸੰਬੰਧਾਂ ਤੇ ਬੁਨਿਆਦੀ ਦਸਤਾਵੇਜ਼ ਤੇ ਚਰਚਾ ਕਰਨ ਦੀ ਅਸੰਭਵਤਾ ਕਾਰਨ ਲਿਆ ਗਿਆ ਸੀ, ਜੋ ਇੱਕ ਗੈਰ ਦੋਸਤਾਨਾ ਸਥਿਤੀ ਲੈਂਦਾ ਹੈ। ਤੇ ਆਰਟੀ ਨੇ ਰਿਪੋਰਟ ਕੀਤੀ ਹੈ ਤੇ ਇਸ ਤੋਂ ਪਹਿਲਾਂ ਜਾਪਾਨ ਸਰਕਾਰ ਨੇ ਰੂਸ ਤੇ 17 ਵਿਅਕਤੀਆਂ ਤੇ ਨਿੱਜੀ ਪਾਬੰਦੀਆਂ ਲਗਾਈਆਂ ਸਨ। ਰੂਸ ਜਾਪਾਨੀ ਪਾਬੰਦੀਆਂ ਤੇ ਜਵਾਬ ਵਿੱਚ ਜਾਪਾਨੀ ਨਾਗਰਿਕਾਂ ਲਈ ਦੱਖਣੀ ਕੁਰਿਲ ਟਾਪੂਆਂ ਲਈ ਵੀਜ਼ਾ ਮੁਕਤ ਯਾਤਰਾ ਨੂੰ ਰੋਕ ਰਿਹਾ ਹੈ। ਬਿਲਕੁਲ ਜੀ, 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੀ ਸ਼ਹੀਦੀ ਦਿਹਾੜਾ ਹੈ। ਅੰਗਰੇਜ਼ਾਂ ਕੋਲੋਂ ਦੇਸ਼ ਨੂੰ 100 ਸਾਲਾਂ ਦੀ ਗੁਲਾਮੀ ਵਿੱਚੋਂ ਆਜ਼ਾਦ ਕਰਾਉਣ ਲਈ ਇਹਨਾਂ ਮਹਾਨ ਨਾਇਕਾਂ ਨੂੰ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸਮੂਹਿਕ ਦੇਸ਼ਵਾਸੀ ਸ਼ਰਧਾ ਭੇਟ ਕਰ ਰਹੇ ਹਨ ਅਤੇ ਇਹਨਾਂ ਮਹਾਨ ਨਾਇਕਾਂ ਦੀ ਸ਼ਹੀਦੀ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਮੁੱਖ ਮੰਤਰੀ ਭਗਵੰਤ ਮਾਨ, ਰਾਹੁਲ ਗਾਂਧੀ ਸਮੇਤ ਦੇਸ਼ ਦੀਆਂ ਅਨੇਕ ਸ਼ਖਸੀਅਤਾਂ ਨੇ ਜਿਹੜਾ ਆ 23 ਮਾਰਚ ਦੇ ਸ਼ਹੀਦਾਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਜਿਹੜੀ ਆ ਉਹ ਭੇਟ ਕੀਤੀ ਸੀਗੀ। ਤੇ ਇਸੇ ਤਰ੍ਹਾਂ ਜਿਹੜਾ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਜਿਹੜੀ ਆ ਸ਼ਰਧਾਂਜਲੀ ਜਿਹੜੀ ਆ ਭੇਟ ਕੀਤੀ ਆ। ਹਰਿਆਣਾ ਦੇ ਜਿਹੜੇ ਨੇ ਮਨੋਹਰ ਲਾਲ ਖੱਟਰ ਜੀ ਆ, ਉਹਨਾਂ ਨੇ ਵੀ ਜਿਹੜੀ ਸ਼ਰਧਾਂਜਲੀ ਜਿਹੜੀ ਆ ਭੇਟ ਕੀਤੀ ਆ। ਪੰਜਾਬ ਦੇ ਵਿੱਚ ਹਰੇਕ ਜਾਂ ਇਸ ਦੇਸ਼ ਦਾ ਹਰੇਕ ਵਾਸੀ ਜਿਹੜਾ ਆ ਉਹ ਲਗਾਤਾਰ ਜਿਹੜਾ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਗੁਰੂ ਦੀ ਇਸ ਸ਼ਹਾਦਤ ਨੂੰ ਜਿਹੜਾ ਕੋਟ ਤੇ ਜਿਹੜੀ ਆ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ। ਤੇ ਅਗਲੀ ਖਬਰ ਹੈ ਕਿ ਲਗਾਤਾਰ ਦੂਜੇ ਸਾਲ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਸ਼ਹਿਰ ਵਜੋਂ ਦਰਜ ਕੀਤਾ ਗਿਆ ਤੇ ਇਸ ਤੋਂ ਬਾਅਦ ਢਾਕਾ ਬੰਗਲਾਦੇਸ਼, ਅੰਜਾਮੇਨਾ, ਦੁਸ਼ਾਂਬੇ ਤੇ ਮਸਕਟ ਦਾ ਨੰਬਰ ਆਉਂਦਾ ਹੈ। ਜੀ ਬਿਲਕੁਲ ਜੀ, 2021 ਦੀ ਵਰਲਡ 에ਅਰ ਕੁਆਲਿਟੀ ਰਿਪੋਰਟ ਇਹਨਾਂ ਤੱਥਾਂ ਦਾ ਖੁਲਾਸਾ ਕੀਤਾ ਹੈ ਕਿ 6478 ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਅੰਕੜਿਆਂ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਇੱਕ ਵੀ ਦੇਸ਼ WHO ਦੇ ਹਵਾ ਦੇ ਗੁਣਵੱਤਾ ਦੇ ਮਿਆਰ ਨੂੰ ਜਿਹੜਾ ਆ ਪੂਰਾ ਕਰਨ ਵਿੱਚ ਕਾਮਯਾਬ ਨਹੀਂ ਹੋਇਆ। ਕੋਵਿਡ-19 ਦੇ ਨਾਲ ਸੰਬੰਧਿਤ ਗਿਰਾਵਟ ਤੋਂ ਬਾਅਦ ਕੁਝ ਖੇਤਰਾਂ ਵਿੱਚ ਧੂੰਆਂ ਮੁੜ ਉੱਭਰਿਆ। ਸਿਰਫ ਨਿਊ ਕੈਲੇਡੋਨੀਆ, US ਵਰਜਿਨ ਤੇ ਆਈਲੈਂਡਸ ਤੇ ਪੋਰਟੋ ਰੀਕੋ ਦੇ ਖੇਤਰ ਹੀ WHPM 2.5 ਹਵਾ ਗੁਣਵੱਤਾ ਦੇ ਦਿਸ਼ਾ ਨਿਰਦੇਸ਼ ਨੂੰ ਜਿਹੜਾ ਆ ਪੂਰਾ ਕਰਦੇ ਨੇ। ਤੇ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿੱਚ ਬੰਗਲਾਦੇਸ਼ ਸਭ ਤੋਂ ਉੱਪਰ ਹੈ, ਜਦਕਿ ਚਾਰਟ ਦੂਜੇ ਸਥਾਨ ਤੇ ਹੈ। ਰਿਪੋਰਟਾਂ ਮੁਤਾਬਕ ਭਾਰਤ ਦੁਨੀਆ ਦਾ 5ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ ਤੇ WHO ਨੇ ਸਿਫਾਰਿਸ਼ ਕੀਤੀ ਕਿ ਪਿਛਲੇ ਸਾਲ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ ਬਦਲਣ ਤੋਂ ਬਾਅਦ PM 2.5 ਵਜੋਂ ਜਾਣੇ ਜਾਂਦੇ ਛੋਟੇ ਤੇ ਖਤਰਨਾਕ ਹਵਾ ਵਾਲੇ ਕਣਾਂ ਦੀ ਔਸਤ ਸਾਲਾਨਾ ਰੀਡਿੰਗ 5 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਇਹ ਕਹਿਣ ਤੋਂ ਬਾਅਦ ਕਿ ਘੱਟ ਗਾੜਾਪਨ ਸਿਹਤ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਜੀ ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਅਸੀਂ ਰੁਕ ਕਰੀਏ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਦਸੰਬਰ 2023 ਤੱਕ ਭਾਰਤੀ ਨਾਗਰਿਕ ਚੀਨ ਜਾਂ ਨੇਪਾਲ ਤੋਂ ਲੰਘੇ ਬਿਨਾਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰ ਸਕਣਗੇ। ਸੜਕ ਤੇ ਰਾਜ ਮਾਰਗ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ ਇੱਕ ਸੜਕ ਜਿਹੜੀ ਆ ਬਣਾਈ ਜਾ ਰਹੀ ਹੈ ਜੋ ਸਿੱਧੀ ਮਾਨਸਰੋਵਰ ਤੱਕ ਜਾਵੇਗੀ। ਉਹਨਾਂ ਕਿਹਾ ਕਿ ਉੱਤਰਾਖੰਡ ਵਿੱਚੋਂ ਲੰਘਣ ਵਾਲੀ ਸੜਕ ਨਾ ਸਿਰਫ ਸਮਾਂ ਜਿਹੜਾ ਬਚਾਏਗੀ ਸਗੋਂ ਮੌਜੂਦਾ ਟਰੈਕ ਦੇ ਉਲਟ ਯਾਤਰੀਆਂ ਨੂੰ ਇੱਕ ਆਸਾਨ ਰਸਤਾ ਵੀ ਜਿਹੜਾ ਆ ਪ੍ਰਦਾਨ ਕਰੇਗੀ। ਤੇ ਗਡਕਰੀ ਨੇ ਸੰਸਦ ਨੂੰ ਇਹ ਵੀ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਜੰਮੂ ਕਸ਼ਮੀਰ ਵਿੱਚ ਸੜਕੀ ਸੰਪਰਕ ਦਾ ਵਿਸਥਾਰ ਕਰ ਰਿਹਾ, ਜਿਸ ਨਾਲ ਸ਼੍ਰੀਨਗਰ ਤੇ ਦਿੱਲੀ ਜਾਂ ਮੁੰਬਈ ਵਿਚਕਾਰ ਯਾਤਰਾ ਦੇ ਸਮੇਂ ਵਿੱਚ ਭਾਰੀ ਕਮੀ ਆਵੇਗੀ। ਤੇ ਉਹਨਾਂ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੀ ਲਾਗਤ 7000 ਕਰੋੜ ਰੁਪਏ ਹੈ ਤੇ ਜੰਮੂ ਕਸ਼ਮੀਰ ਵਿੱਚ 4 ਸੁਰੰਗਾਂ ਤੇ ਕੰਮ ਜਾਰੀ ਹੈ ਤੇ ਉਹਨਾਂ ਕਿਹਾ ਕਿ 4 ਸੁਰੰਗਾਂ ਲੱਦਾਖ ਤੋਂ ਕਾਰਗਿਲ, ਕਾਰਗਿਲ ਤੋਂ ਜੈਡਮੋਰ, ਜੈਡਮੋਰ ਤੋਂ ਸ਼੍ਰੀਨਗਰ ਤੇ ਸ਼੍ਰੀਨਗਰ ਤੋਂ ਜੰਮੂ ਦਾ ਨਿਰਮਾਣ ਕੀਤਾ ਜਾ ਰਿਹਾ ਤੇ ਜ਼ੈਡ ਵਾਰੀ ਤਿਆਰ ਹੋ ਰਹੀ ਹੈ ਤੇ ਜੋ ਜ਼ਿਲ੍ਹਾ ਸੁਰੰਗ ਵਿੱਚ ਕੰਮ ਪਹਿਲਾਂ ਹੀ ਚੱਲ ਰਿਹਾ ਤੇ ਇਸ ਸਮੇਂ ਸਾਈਟ ਤੇ ਲਗਭਗ 1000 ਕਰਮਚਾਰੀ ਹਨ ਤੇ ਉਹ ਵੀ ਮਾਈਨਸ ਵਿੱਚ ਜੋ ਤਾਪਮਾਨ ਹੈ ਉਹ 1 ਡਿਗਰੀ ਹੈ ਤੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ 2024 ਦਾ ਸਮਾਂ ਜੋ ਸੀਮਿਤ ਕੀਤਾ ਗਿਆ ਹੈ।
ਬਿਲਕੁਲ ਜੀ, ਸ਼੍ਰੀਨਗਰ ਤੋਂ ਮੁੰਬਈ ਸਿਰਫ 20 ਘੰਟਿਆਂ ਵਿੱਚ ਪਹੁੰਚਿਆ ਜਾ ਸਕਦਾ ਹੈ। ਕੇਂਦਰੀ ਬਜਟ ਨਾਲ 2022-23 ਲਈ ਜਿਹੜੀ ਆ ਸੜਕੀ ਆਵਾਜਾਈ ਤੇ ਮਾਰਗ ਮੰਤਰਾਲੇ ਤੇ ਨਿਰੰਤਰ ਅਧੀਨ ਗ੍ਰਾਂਟਾਂ ਦੀ ਮੰਗ ਤੇ ਚਰਚਾ ਤੇ ਜਵਾਬ ਦਿੰਦੇ ਹੋਏ ਗਡਕਰੀ ਨੇ ਲੋਕ ਸਭਾ 'ਚ ਦੱਸਿਆ ਕਿ ਜੋ ਜ਼ਿਲ੍ਹਾ ਸੁਰੰਗ 2026 ਤੱਕ ਪੂਰੀ ਹੋ ਜਾਣੀ ਸੀ, ਪਰ ਇਸ ਨੂੰ ਜਿਹੜਾ ਆ ਕੁਝ ਜਿਹੜਾ ਆ ਉਹ ਸਮਾਂ ਲੱਗੇਗਾ। ਤੇ ਵੱਡੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ 2000 ਜਿਹੜਾ ਆ 2021 2000 ਜਿਹੜਾ ਆ 21-22 ਦੇ ਵਿੱਚ ਜਿਹੜਾ ਆ ਪੰਜਾਬ ਨੂੰ ਜਿਹੜਾ ਗ੍ਰਾਂਟਾਂ ਦਿੱਤੀਆਂ ਜਾਣੀਆਂ ਸੀਗੀਆਂ, ਉਸ ਨੂੰ ਜਿਹੜਾ ਆ ਉਹ ਕੇਂਦਰ ਸਰਕਾਰ ਵੱਲੋਂ ਜਿਹੜਾ ਆ ਉਹ ਰੋਕ ਦਿੱਤਾ ਗਿਆ ਆ। ਉਸ ਦੇ ਪਿੱਛੇ ਕੀ ਕਾਰਨ ਹੈ, ਉਹ ਤਾਜ਼ਾ ਜਿਹੜੇ ਨਵੇਂ ਅਪਡੇਟ ਆਉਣਗੇ ਤੇ ਉਹਦੇ ਵਿੱਚ ਵੀ ਜਿਹੜਾ ਆ ਅਸੀਂ ਤੁਹਾਨੂੰ ਜਿਹੜਾ ਆ ਇਸ ਦੱਸਦੇ ਰਵਾਂਗੇ। ਤੇ ਦੂਸਰੀ ਵੱਡੀ ਜਿਹੜੀ ਖਬਰ ਆ ਰਹੀ ਹੈ ਕਿ ਕੇਂਦਰ ਦੀ ਇੱਕ ਕੈਬਨਿਟ ਮੀਟਿੰਗ ਹੋਈ ਸੀਗੀ। ਇਹ ਭਰੋਸੇਕਾਰ ਜਿਹੜੇ ਨੇ ਸੂਤਰ ਨੇ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਜਿਹੜਾ ਆ ਆਰਮੀ ਦੇ ਵਿੱਚੋਂ ਸਿੱਖ ਰੈਜੀਮੈਂਟ ਨੂੰ ਜਿਹੜਾ ਆ ਉਹ ਕੱਢਿਆ ਜਾ ਰਿਹਾ। ਤੇ ਇਹ ਵੱਡੀ ਜਿਹੜੀ ਖਬਰ ਉਹ ਸਾਹਮਣੇ ਆ ਰਹੀ ਹੈ ਕਿ ਜਨਵਰੀ ਦੇ ਵਿੱਚ 16 ਜਨਵਰੀ 11 ਜਨਵਰੀ ਤੋਂ ਲੈ ਕੇ 16 ਜਨਵਰੀ ਦੇ ਵਿੱਚ ਕੇਂਦਰ ਦੀ ਕੈਬਨਿਟ ਦੀ ਜਿਹੜੀ ਆ ਉਹ ਮੀਟਿੰਗ ਹੋਈ ਸੀਗੀ। ਉਸ ਮੀਟਿੰਗ ਦੇ ਵਿੱਚ ਜਿਹੜਾ ਆ ਸਿੱਖ ਰੈਜੀਮੈਂਟ ਨੂੰ ਜਿਹੜਾ ਆ ਉਹ ਆਰਮੀ ਦੇ ਵਿੱਚੋਂ ਜਿਹੜਾ ਆ ਉਹ ਕੱਢਿਆ ਜਾ ਰਿਹਾ ਆ। ਇਸ ਦੀ ਜਿਹੜੀ ਆ ਖਬਰ ਦੀ ਜਿਹੜੀ ਆ ਪੜਤਾਲ ਕੀਤੀ ਜਾ ਰਹੀ ਆ। ਇਸ ਦੇ ਜੋ ਵੀ ਜਿਹੜੇ ਆ ਨਤੀਜੇ ਸਾਹਮਣੇ ਆਉਣਗੇ ਤੇ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਤੁਹਾਨੂੰ ਲਗਾਤਾਰ ਜਿਹੜੇ ਆ ਉਹ ਅਪਡੇਟ ਕਰਦੇ ਰਵਾਂਗੇ ਜੀ। ਜਿੱਥੇ ਨਵੀਂ ਸਰਕਾਰ ਦੇ ਗਠਨ ਕਾਰਨ ਪੰਜਾਬ ਸਰਕਾਰ ਬਜਟ ਤਿਆਰ ਨਹੀਂ ਕਰ ਸਕੀ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ 3 ਮਹੀਨੇ ਲਈ ਵੋਟ ਔਨ ਅਕਾਊਂਟ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰਵਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਵਿੱਚ 3 ਮਹੀਨੇ ਦੇ ਸਮੇਂ ਵਿੱਚ ਆਉਣ ਵਾਲੇ ਖਰਚੇ ਲਈ ਬਜਟ ਪਾਸ ਕਰਨ ਦਾ ਮਤਾ ਰੱਖਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨੇ ਜਿਹੜਾ ਆ ਕੁਝ ਆંકੜਾ ਜਿਹੜਾ ਦੱਸਿਆ ਸੀਗਾ, ਉਹ ਕਾਫੀ ਜਿਹੜਾ ਆ ਉਹ 37,120 ਕਰੋੜ 23,76,000 ਰੁਪਏ ਦਾ ਜਿਹੜਾ ਆ ਉਹ ਦੱਸਿਆ ਸੀਗਾ। ਤੇ ਇਸ ਦਾ ਜਿਹੜਾ ਲੇਖਾ ਅਨੁਦਾਨ ਪੇਸ਼ ਕੀਤਾ ਆ। ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਲੇਖਾ ਅਨੁਦਾਨ ਨੇ ਕਿਸੇ ਨੇ ਵੀ ਬਹਿਸ ਵਿੱਚ ਹਿੱਸਾ ਨਹੀਂ ਲਿਆ, ਇਸ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਜਿਹੜਾ ਆ ਨਵੀਨਤਮ ਲੇਖਾ ਅਨੁਦਾਨ ਬਿੱਲ 2022 ਜਿਹੜਾ ਆ ਪਾਸ ਕਰ ਦਿੱਤਾ ਸੀ, ਜਿਸ ਨੂੰ ਸਰਬਸੰਮਤੀ ਦੇ ਨਾਲ ਜਿਹੜਾ ਆ ਉਹ ਪਾਸ ਕੀਤਾ ਗਿਆ ਸੀਗਾ। ਕੁਛ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਤੇ ਹੁਣ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਗਗਨਦੀਪ ਸਿੰਘ ਅਨੰਦਪੁਰੀ ਤੇ ਰੂਹੀ ਗਰੋਵਰ ਜੀ ਨੂੰ ਦਿਓ ਇਜਾਜ਼ਤ। ਨਵਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।